ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਦਿਓਲ ਫਰੈਸਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਸਾਨੂੰ ਯੂਨਿਟੀ ਚਾਹੀਦੀ ਹੈਗੀ ਆ ਤਾਂ ਕਿ ਕਿਸੇ ਤਰ੍ਹਾਂ ਦੀ ਰੇਸ਼ੀਅਲ ਹੇਟ ਨਾ ਪੈਦਾ ਹੋਵੇ। ਇਹ ਉਹ ਉਸ ਟਾਈਮ ਕਹਿ ਰਿਹਾ ਸੀ ਜਿਸ ਟਾਈਮ ਵੀਕਐਂਡ ਦੇ ਦੌਰਾਨ ਬਫਲੋ ਦੇ ਵਿੱਚ ਇੱਕ ਗੋਰੇ ਮੂਲ ਦੇ ਬੰਦੇ ਨੇ 9 ਕਾਲੇ ਮੂਲ ਦੇ ਲੋਕਾਂ ਨੂੰ ਇੱਕ ਗਰੋਸਰੀ ਸਟੋਰ ਦੇ ਵਿੱਚ ਗੋਲੀਆਂ ਦੇ ਨਾਲ ਮਾਰ ਦਿੱਤਾ। US ਕੈਪੀਟਲ ਦੇ ਉੱਤੇ ਐਡਰੈਸ ਕਰ ਰਿਹਾ ਸੀ ਲਾ ਇਨਫੋਰਸਮੈਂਟ ਸੈਰੇਮਨੀ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਨਾਲ ਉਹਨਾਂ ਦੀ ਵਾਈਫ ਜਿਲ ਸੀ। ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਸਾਰੇ ਉਹਨਾਂ ਦੇ ਲਈ ਅਰਦਾਸ ਕਰੀਏ। 18 ਸਾਲਾਂ ਦੇ ਇੱਕ ਗੋਰੇ ਮੂਲ ਦੇ ਬੰਦੇ ਨੇ ਮਿਲਟਰੀ ਗੇਅਰ ਦੇ ਵਿੱਚ ਸ਼ਰੇਆਮ ਗੋਲੀਆਂ ਚਲਾਤੀਆਂ ਇੱਕ ਦੁਕਾਨ ਦੇ ਉੱਤੇ, ਸੁਪਰਮਾਰਕੀਟ ਦੇ ਉੱਤੇ ਇਸ ਸ਼ਨੀਚਰਵਾਰ ਨੂੰ, ਜਿਹਦੇ ਨਾਲ 10 ਲੋਕਾਂ ਦੀ ਮੌਤ ਹੋਈ ਆ ਤੇ ਇੱਕ ਰਿਟਾਇਰਡ ਪੁਲਿਸ ਆਫੀਸਰ ਵੀ ਫੱਟੜ ਹੋਇਆ ਹੈਗਾ। ਜੀ, 13 ਜਣਿਆਂ ਨੂੰ ਇਸਨੇ ਗੋਲੀਆਂ ਚਲਾਈਆਂ ਸੀ, 11 ਜਿਨ੍ਹਾਂ ਦੇ ਵਿੱਚੋਂ 11 ਕਾਲੇ ਸੀ, 2 ਜਿਹੜੇ ਚਿੱਟੇ ਮੂਲ ਦੇ ਸੀਗੇ। ਟੌਪ ਸਪਰਿੰਗ ਮਾਰਕੀਟ ਬਫਲੋ ਜਿਹੜੇ ਪੁਲਿਸ ਕਮਿਸ਼ਨਰ ਜੋਸਫ ਗਰਮਾਲੀਆ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਸੀ 18 ਸਾਲਾਂ ਦੇ ਇਸ ਬੰਦੇ ਨੇ ਇਹ ਇੱਕ ਕਥਿਤ ਤੌਰ ਦੇ ਉੱਤੇ ਇੱਕ ਮੈਨੀਫੈਸਟੋ ਜਿਹੜਾ ਉਹ ਪਾਇਆ। ਉਸਨੇ ਇਹ ਸਾਰੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਜਿਹੜਾ ਲਾਈਵ ਦਿੱਤਾ। ਉਸਨੇ ਲਾਈਵ ਸਟਰੀਮ ਵੀ ਜਿਹੜੀ ਉਹ ਕੀਤੀ। ਰਿਪਲੇਸਮੈਂਟ ਥਿਊਰੀ ਦੇ ਜਿਹੜਾ ਜੀ ਤਹਿਤ ਇਸ ਨੇ ਇਹ ਰੌਲਾ ਜਿਹੜਾ ਉਹ ਪਾਇਆ। ਸੋ ਬਹੁਤ ਸਾਰੇ ਇਸ ਮੌਕੇ ਜਿਹੜੇ ਫਰਿੰਜ ਐਲੀਮੈਂਟਸ ਕਹਿ ਲਓ, ਵਾਈਟ ਸੁਪਰਮੇਸਿਸਟ, ਹੋਰ ਜਿਹੜੇ ਲੋਕ ਆ, ਉਹਨਾਂ ਦੇ ਮਨਾਂ ਦੇ ਵਿੱਚ ਇਹ ਡਰ ਬਿਠਾਇਆ ਜਾ ਰਿਹਾ ਵੀ ਤੁਹਾਨੂੰ ਜਿਹੜਾ ਆ ਉਹ ਜਿਹੜਾ ਰਿਪਲੇਸ ਕਰ ਦਿੱਤਾ ਜਾਣਾ ਆ, ਤੁਹਾਡੀ ਜਿਹੜੀ ਨਸਲ ਆ ਉਹ ਪਿੱਛੇ ਰਹਿ ਜਾਣੀ ਆ। ਤੇ ਉਹਦੇ ਕਰਕੇ ਇਸ ਦੇ ਮਨ ਦੇ ਵਿੱਚ ਇਹ ਜ਼ਹਿਰ ਸੀਗਾ, ਇਸ ਦੇ ਮਨ ਦੇ ਵਿੱਚ ਇਹ ਸੀਗਾ ਨਸਲੀ ਜਿਹੜਾ ਭੇਦਭਾਵ ਸੀਗਾ, ਜੋ ਕਿ ਹਥਿਆਰ ਦੇ ਰੂਪ ਦੇ ਵਿੱਚ ਬਾਅਦ 'ਚ ਉਸਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ। ਸੋ ਇਸ ਬੰਦੇ ਨੂੰ ਅੱਤਵਾਦੀ ਕਿਹਾ ਜਾ ਸਕਦਾ ਵੀ ਸਿੱਧੇ ਤੌਰ ਦੇ ਉੱਤੇ ਵੀ ਦੂਜੇ ਨਸਲ ਦੇ ਲੋਕਾਂ ਨੂੰ ਮਾਰਨ ਦੇ ਇੱਛਾ ਦੇ ਨਾਲ ਹੀ ਉਸ ਮਾਰਕੀਟ ਦੇ ਵਿੱਚ ਜਾ ਕੇ ਉਸਨੇ ਜਿਹੜੀਆਂ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ। ਸੋ ਇਹ ਜਿਹੜਾ ਮੈਨੀਫੈਸਟੋ ਸਸਪੈਕਟ ਨੇ ਜਿਹੜਾ ਉਹ ਸ਼ੇਅਰ ਕੀਤਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਗੂਗਲ ਡਾਕੂਮੈਂਟਸ ਦੇ ਉੱਤੇ ਕਹਿੰਦੇ ਵੀ ਵੀਰਵਾਰ ਨੂੰ ਇਸਨੇ ਸ਼ੇਅਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਹੁਣ ਖਬਰ ਜਿਹੜੀ ਇਹ ਆ ਰਹੀ ਆ ਵੀ ਇਸ 18 ਸਾਲਾਂ ਦੇ ਹਥਿਆਰੇ ਨੇ ਸਕੂਲ ਦੇ ਵਿੱਚ ਵੀ ਆਪਣੇ ਸਾਥੀ ਜਿਹੜੇ ਆ ਨਾਲ ਪੜ੍ਹਦੇ ਵਿਦਿਆਰਥੀਆਂ ਦੇ ਉੱਤੇ ਸ਼ੂਟ ਕਰਨ ਦੀ, ਉਹਨਾਂ ਨੂੰ ਗੋਲੀ ਚਲਾਉਣ ਦੀ ਧਮਕੀਆਂ ਜਿਹੜੀਆਂ ਆ ਉਹ ਪਹਿਲਾਂ ਵੀ ਦਿੱਤੀਆਂ ਸੀ। ਪਰ ਉਸ ਦੇ ਬਾਵਜੂਦ ਵੀ ਇਸ ਦੇ ਉੱਤੇ ਕੋਈ ਬਹੁਤਾ
ਕਹਿ ਲਓ ਵੀ ਕਾਰਵਾਈ ਵਗੈਰਾ ਨਹੀਂ ਹੋਈ। ਪੁਲਿਸ ਅਧਿਕਾਰੀ ਜਦ ਇਸ ਦੇ ਬਾਰੇ ਕਹਿ ਰਹੇ ਸੀ, ਉਹਨਾਂ ਨੇ ਕਿਹਾ ਵੀ ਸਾਨੂੰ ਇਸ ਦੇ ਬਾਰੇ ਕੁਛ ਵੀ ਨਹੀਂ ਸੀ ਪਤਾ। ਪੇਟਨ ਗ੍ਰੈਂਡਨ ਜਿਹੜਾ ਆ ਗੈਂਡਰੋਨ ਜਿਹੜਾ ਆ ਕੌਂਕਲਿਨ ਦਾ ਰਹਿਣ ਵਾਲਾ ਨਿਊਯਾਰਕ ਦਾ ਸੀਗਾ। ਹੁਣ ਇਸ ਨੂੰ ਜਲਦ ਹੀ ਅਦਾਲਤ ਵਿੱਚ ਲੈ ਕੇ ਜਾਇਆ ਜਾਊਗਾ, ਪੇਸ਼ ਕੀਤਾ ਜਾਊਗਾ। ਸੋ ਫਸਟ ਡਿਗਰੀ ਮਰਡਰ ਦੇ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਆਉਣਗੇ। ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਇਸ ਤਰੀਕੇ ਦਾ ਜਿਹੜਾ ਮੈਨੀਫੈਸਟੋ, ਇਸ ਤਰੀਕੇ ਦੀ ਜਿਹੜਾ ਭੇਦਭਾਵ ਤੇ ਇਸ ਤਰੀਕੇ ਦੀ ਨਫ਼ਰਤ ਇੱਕ ਜਿਹੜੀ ਕਮਿਊਨਿਟੀ ਦੇ ਤੌਰ ਦੇ ਉੱਤੇ ਉਸ ਦੇ ਵੱਲ ਨੂੰ ਜਿਹੜੀ ਇਸਨੇ ਜਿਹੜੀ ਰੱਖੀ ਆ, ਉਸ ਦਾ ਖਾਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਦੇ ਨਾਲ ਜਿਹੜਾ ਉਹ ਹੁਣ ਦੇਣਾ ਪਿਆ ਆ। ਉਹ ਤਾਂ ਹਰਜੋਤ ਸਿੰਘ ਜੀ ਗੱਲਾਂ ਹੁੰਦੀਆਂ ਵੀ ਇਸ ਉਮਰ ਦੇ ਵਿੱਚ ਨਿਆਣਿਆਂ ਦੇ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ ਆ, ਪਰ ਦੇਖੋ ਇਹਦੇ ਦਿਮਾਗ ਦੇ ਵਿੱਚ ਕੀ ਜਿਹੜਾ ਉਹ ਪੈ ਚੁੱਕਾ ਸੀਗਾ। ਇੰਨੀ ਜਿਹੜੀ ਹੇਟ ਇਸ ਦੇ ਦਿਮਾਗ ਦੇ ਵਿੱਚ ਆ ਚੁੱਕੀ ਸੀ ਵੀ ਉਸਨੇ ਗੋਲੀ ਕਾਂਡ ਨੂੰ ਜਿਹੜੇ ਇਸ ਨੂੰ ਅੰਜਾਮ ਦਿੱਤਾ। ਜੀ, ਬਿਲਕੁਲ। ਜਿਹੜੇ ਲਾਅ ਐਨਫੋਰਸਮੈਂਟ ਆਫੀਸ਼ੀਅਲਸ ਆ, ਉਹਨਾਂ ਨੇ ਪਿਛਲੇ ਐਤਵਾਰ ਸਾਰਾ ਰਿਸਰਚ ਕੀਤਾ ਇਸ ਗਨਮੈਨ ਦੀ ਬਾਬਤ। ਕਹਿੰਦੇ ਵੀ ਇਸ ਗਨਮੈਨ ਨੇ ਸਾਰੇ ਉਹ ਏਰੀਏ ਲੱਭੇ ਜਿੱਥੇ ਕਾਲੇ ਮੂਲ ਦੇ ਲੋਕਾਂ ਦੀ ਕੰਸੈਂਟਰੇਸ਼ਨ ਜ਼ਿਆਦੇ ਸੀਗੀ। ਸੋ ਜਿਹੜੇ ਨਿਊਯਾਰਕ ਦੇ ਮੇਅਰ ਹੈਗੇ ਆ ਤੇ ਗਵਰਨਰ ਕੈਥੀ ਹੋਚਲ ਤੇ ਬਫਲੋ ਦੇ ਮੇਅਰ ਵਾਇਰਨ ਬਰਾਊਨ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ ਫੈਡਰਲ ਲੈਵਲ ਦੇ ਉੱਤੇ ਮਾਸ ਸ਼ੂਟਿੰਗ ਦੇ ਸੰਬੰਧ ਦੇ ਵਿੱਚ। ਪਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਉਸ ਦੇ ਸੰਬੰਧ ਦੇ ਵਿੱਚ ਕੋਈ ਕੁਛ ਨਹੀਂ ਬੋਲਿਆ, ਨਾ ਹੀ ਉਹਨਾਂ ਨੇ ਜਿਹੜਾ ਗਨ ਕੰਟਰੋਲ ਐਫਰਟ ਦੇ ਬਾਰੇ ਕੋਈ ਮੈਂਸ਼ਨ ਕੀਤਾ। ਪਰ ਹਾਊਸ ਸਪੀਕਰ ਨੈਂਸੀ ਪੈਲੋਸੀ ਨੇ ਇਹ ਕਿਹਾ ਵੀ ਸਾਨੂੰ ਗਨ ਕੰਟਰੋਲ ਦੇ ਲਈ 60 ਸੈਨੇਟਰਸ ਦੀ ਜ਼ਰੂਰਤ ਹੈਗੀ ਆ। ਰਾਈਟ ਨਾਓ ਆਪਾਂ 50 ਦੇ ਉੱਤੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਸਟੇਟ ਆਫ ਦਾ ਯੂਨੀਅਨ ਦੇ ਵਿੱਚ ਵੀ ਇਹ ਕਿਹਾ ਸੀ ਵੀ ਅਸੀਂ ਇਸ ਲੈਜਿਸਲੇਸ਼ਨ ਨੂੰ ਪਾਸ ਕਰਾਂਗੇ ਜੇ ਸਾਡੇ ਕੋਲ ਮੈਜੋਰਟੀ ਹੁੰਦੀ ਹੈਗੀ ਆ, ਤੇ ਅਸੀਂ ਜਦੋਂ ਤੱਕ ਇਹ ਜੌਬ ਖਤਮ ਨਹੀਂ ਹੁੰਦੀ ਤਦ ਤੱਕ ਅਸੀਂ ਨਹੀਂ ਕਿਤੇ ਵੀ ਚੱਲੇ। ਜਿਹੜੇ ਹੌਚਲ ਆ, ਉਹਨਾਂ ਨੇ ਇਹ ਕਿਹਾ ਵੀ ਇਲੀਗਲ ਗਨਸ ਯੂਜ਼ ਹੋ ਰਹੀਆਂ ਸਟਰੀਟਸ ਦੇ ਉੱਤੇ ਉਹਨਾਂ ਦੇ ਸ਼ਹਿਰਾਂ ਦੇ ਵਿੱਚ, ਤੇ ਸਾਨੂੰ ਇੱਕ ਨੈਸ਼ਨਲ ਰਿਸਪੌਂਸ ਚਾਹੀਦਾ ਹੈਗਾ ਆ। ਸੋ ਇਹ ਗਵਰਨਰ ਹੌਚਲ ਉਹਨਾਂ ਨੇ ਦੱਸਿਆ। ਜੀ ਬਿਲਕੁਲ। ਸੋ ਪ੍ਰੈਜ਼ੀਡੈਂਟ ਬਾਈਡਨ ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇਕੱਠੇ ਹੋਣ ਦੀ ਜਿਹੜੀ ਉਹ ਜ਼ਰੂਰਤ ਆ। ਕਹਿੰਦੇ ਵੀ ਨਫ਼ਰਤ ਅਮਰੀਕਾ ਦੇ ਸੋਲ ਦੇ ਉੱਤੇ ਇਹ ਨਿਸ਼ਾਨ ਜਿਹੜੇ ਦਾਗ ਆ ਉਹ ਛੱਡ ਰਹੀ ਆ। 18 ਸਾਲਾਂ ਦੇ ਇਸ ਚਿੱਟੇ ਮੂਲ ਦੇ ਮੁੰਡੇ ਨੇ ਮਿਲਟਰੀ ਗੇਅਰ ਦੇ ਵਿੱਚ ਆ ਕੇ ਲਾਈਵ ਸਟ੍ਰੀਮ ਕਰਦੇ ਹੋਏ ਗੋਲੀ ਕਾਂਡ ਨੂੰ ਅੰਜਾਮ ਦਿੱਤਾ। ਕਹਿੰਦੇ ਵੀ ਮਿਲਟਰੀ ਜਿਹੜੇ ਆ ਵੈਪਨਸ ਆਫ ਵਾਰ ਦੇ ਨਾਲ ਉਹ ਲੈਸ ਸੀਗਾ, ਹੇਟ ਦੇ ਨਾਲ ਉਹ ਭਰਿਆ ਪਿਆ ਸੀ, ਤੇ ਉਸਨੇ ਅੰਨ੍ਹੇਵਾਹ ਜਿਹੜੀ ਆਪਣੀ ਈਰਖਾ ਆ, ਨਫ਼ਰਤ ਆ, ਇਹਨਾਂ ਲੋਕਾਂ ਦੇ ਉੱਤੇ ਜਿਹੜੀ ਉਹ ਵਰਾ ਦਿੱਤੀ। 41ਵੀਂ ਨੈਸ਼ਨਲ ਪੀਸ ਆਫਿਸਰਸ ਦੇ ਮੌਕੇ ਦੇ ਉੱਤੇ ਇੱਕ ਸੈਰੇਮਨੀ ਦੇ ਮੌਕੇ ਦੇ ਉੱਤੇ ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਬੋਲ ਰਹੇ ਸੀ। ਉਹ ਕਹੇ ਵੀ ਸਾਡੇ ਦਿਲ ਇੱਕ ਵਾਰੀ ਫੇਰ ਭਾਰੇ ਨੇ, ਪਰ ਕਹਿੰਦੇ ਵੀ ਅਸੀਂ ਆਪਣੇ ਵਿਸ਼ਵਾਸ ਨੂੰ ਜਿਹੜਾ ਆ ਉਹ ਨਹੀਂ ਟੁੱਟਣ ਦੇਣਾ। ਬਹੁਤ ਸਾਰੇ ਲੋਕ ਸਵਾਲ ਜਿਹੜੇ ਆ, ਫਿਰ ਓਬਵੀਅਸ ਜੀ ਗੱਲ ਆ, ਜਦੋਂ ਵੀ ਗੋਲੀ ਕਾਂਡ ਹੁੰਦਾ ਆ ਉਸ ਦੇ ਵਿੱਚ ਇਹ ਸਵਾਲ ਗਨ ਕੰਟਰੋਲ ਨੂੰ ਕਿਹਦੇ ਕੋਲ ਬੰਦੂਕ ਜਾਣੀ ਚਾਹੀਦੀ ਆ, ਕਿਹਦੇ ਕੋਲ ਨਹੀਂ ਹੋਣੀ ਚਾਹੀਦੀ, ਉਹ ਜਿਹੜਾ ਮੁੱਦਾ ਆ ਗਰਮਾਉਂਦਾ ਆ ਅਗਲੀ ਮਾਸ ਸ਼ੂਟਿੰਗ ਤੱਕ। ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਉਹੀ ਕੁਛ ਚੱਲ ਪੈਂਦਾ ਆ। ਸੋ NRA ਦੀ ਲਾਬੀ ਕਾਫੀ ਜਿਹੜੀ ਇਸ ਦੇ ਵਿੱਚ ਸਟਰੋਂਗ ਹੈਗੀ ਆ। ਬਾਕੀ ਨਾਲ ਜਿਹੜਾ ਆ ਸੈਕਿੰਡ ਅਮੈਂਡਮੈਂਟ ਆ ਉਹ ਹੈਗਾ ਆ ਰਾਈਟ ਟੂ ਬੇਅਰ ਆਰਮਸ ਦੇ ਨਾਲ ਜੁੜਿਆ ਹੋਇਆ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਰਹੂਗੀ ਹਰਜੋਤ ਸਿੰਘ ਜੀ, ਵੀ ਕੀ ਜਿਹੜਾ ਆ ਓਵਰਆਲ ਅਮਰੀਕਾ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਸਕਦਾ ਹੈ। ਗੋਸਟ ਗਨਸ ਨੂੰ ਲੈ ਕੇ ਕੈਲੀਫੋਰਨੀਆ ਨੇ, ਸੈਨ ਹੋਜ਼ੇ ਨੇ, ਬਹੁਤ ਸਾਰੇ ਥਾਵਾਂ ਦੇ ਉੱਤੇ ਆਪਾਂ ਦੇਖਿਆ ਵੀ ਰਾਸ਼ਟਰਪਤੀ ਬਾਈਡਨ ਵੀ ਇਸ ਦੇ ਵਿੱਚ ਜਿਹੜੇ ਉਹ ਬੋਲੇ ਆ ਵੀ ਇਸ ਚੀਜ਼ ਨੂੰ ਜਿਹੜਾ ਫਰਕ ਪੈਣਾ ਚਾਹੀਦਾ ਆ, ਗੋਸਟ ਗਨਸ ਜਿਹੜੀਆਂ ਉਹ ਹਟਣੀਆਂ ਚਾਹੀਦੀਆਂ ਆ। ਪਰ ਮਸਲਾ ਫਿਰ ਉੱਥੇ ਪੈ ਜਾਂਦਾ ਵੀ ਇਹੋ ਜਿਹੇ ਸ਼ਦਾਈ ਲੋਕਾਂ ਦੇ ਕੋਲ, ਉਹਨਾਂ ਨੇ ਤਾਂ ਚਾਹੇ ਅਸਲੀ ਚਾਹੇ ਲੀਗਲੀ ਲੈ ਲਓ, ਚਾਹੇ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੈ ਲਓ, ਉਹਨਾਂ ਦੇ ਮਨਾਂ ਦੇ ਵਿੱਚੋਂ ਜਿਹੜੀ ਨਫ਼ਰਤ ਆ ਇਹ ਹਟੇ ਕਿੱਦਾਂ। ਜਿਹੜੀ ਰਿਪਲੇਸਮੈਂਟ ਥਿਊਰੀ ਆ, ਇੱਦਾਂ ਦੇ ਜਿਹੜੇ ਫਰਿੰਜ ਥਿਊਰੀਜ਼ ਆ, ਉਹ ਲੋਕਾਂ ਦੇ ਉੱਤੇ ਕਿੱਦਾਂ ਜਿਹੜੀਆਂ ਉਹ ਘਰ ਕਰ ਰਹੀਆਂ ਆ, ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਨਫ਼ਰਤ ਆ ਉਹ ਗੋਲੀ ਕਾਂਡ ਦੇ ਵਿੱਚ ਅੰਜਾਮ
ਆ ਰਹੀ ਆ, ਉਹ ਇੱਕ ਜ਼ਰੂਰ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਜੀ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਸੰਬੰਧ ਦੇ ਵਿੱਚ ਆ। ਹਜੇ ਤੱਕ ਪੂਰੀ ਲੜਾਈ ਰਸ਼ੀਆ ਵੱਲੋਂ ਯੂਕਰੇਨ ਦੇ ਵਿੱਚ ਚੱਲ ਰਹੀ ਆ। ਅੱਜ ਪ੍ਰੈਜ਼ੀਡੈਂਟ ਪੁਟਿਨ ਨੇ ਇਹ ਕਿਹਾ ਆ ਵੀ ਜੇ 2 ਮੁਲਕ ਫਿਨਲੈਂਡ ਤੇ ਜਿਹੜਾ ਦੂਸਰਾ ਹੈਗਾ ਆ ਉਹ ਸਵੀਡਨ, ਉਹ ਜੁਆਇਨ ਕਰ ਜਾਂਦੇ ਨਾਟੋ ਨੂੰ ਤੇ ਮੈਨੂੰ ਕੋਈ ਉਹਦੀ ਪ੍ਰੋਬਲਮ ਨਹੀਂ ਹੈਗੀ। ਕਹਿੰਦੇ ਵੀ ਨਾਟੋ ਮੈਂਬਰਸ਼ਿਪ ਜੇ ਲੈਂਦੇ ਆ, ਪਰ ਜਦੋਂ ਉਹ ਹਥਿਆਰ ਜਮ੍ਹਾਂ ਕਰਨੇ ਸ਼ੁਰੂ ਕਰੂਗੇ, ਫਿਰ ਸਾਡੇ ਲਈ ਇੱਕ ਜਿਹੜੀ ਪ੍ਰੋਬਲਮ ਹੋਊਗੀ। ਸੋ ਇਸ ਤੋਂ ਪਹਿਲਾਂ ਉਹਨਾਂ ਨੇ ਕਾਫੀ ਜਿਹੜਾ ਥ੍ਰੈਟ ਵੀ ਕੀਤਾ ਸੀ ਵੀ ਜੇ ਸਵੀਡਨ ਨੇ ਤੇ ਫਿਨਲੈਂਡ ਨੇ ਜੁਆਇਨ ਕੀਤਾ ਤੇ ਅਸੀਂ ਉਹਦੇ ਉੱਤੇ ਅਟੈਕ ਕਰਾਂਗੇ। ਜੀ, ਇਸ ਜਿਹੜੇ ਸਗੋਂ ਬਿਆਨ ਤੋਂ ਹਰਜੋਤ ਸਿੰਘ ਜੀ, ਸਾਰੇ ਜਾਣੇ ਹੈਰਾਨ ਵੀ ਰਹਿ ਗਏ ਆ ਵੀ ਰੂਸੀ ਜਿਹੜਾ ਰਾਸ਼ਟਰਪਤੀ ਪੁਤਿਨ ਆ, ਉਹਨੇ ਬੜੀ ਜਿਹੜੀ ਨਰਮੀ ਇੱਕ ਹਿਸਾਬ ਦੇ ਨਾਲ ਇਸ ਐਕਸਪੈਂਸ਼ਨ ਦੇ ਉੱਤੇ ਜਿਹੜੀ ਉਹ ਜਤਾਈ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜਾ ਕਾਮ ਜਿਹਾ ਰਿਸਪੌਂਸ ਆ, ਸ਼ਾਂਤੀ ਦੇ ਨਾਲ ਜਿਹੜਾ ਇਹ ਮੈਂਬਰਸ਼ਿਪ, ਨਾਟੋ ਮੈਂਬਰਸ਼ਿਪ ਦੀ ਨਿਊਜ਼ ਨੂੰ ਦਿੱਤਾ ਆ, ਉਸ ਨੂੰ ਲੈ ਕੇ ਕਾਫੀ ਹੈਰਾਨ ਵੀ ਹੋਏ ਆ। ਮੇ ਵੀ ਸ਼ਾਇਦ ਇਹ ਵੀ ਸੋਚਦਾ ਹੋਵੇ, ਇਹ ਵੀ ਜਾਣਦਾ ਹੋਵੇ ਵੀ ਯੂਕਰੇਨ ਵਾਂਗੂ ਇਹ ਇੱਦਾਂ ਦਾ ਮੁਲਕ ਨਹੀਂ ਹੈਗੇ। ਫਿਨਲੈਂਡ ਤੇ ਸਵੀਡਨ ਇਹ ਵਿਕਸਿਤ ਮੁਲਕ ਨੇ, ਇਹਨਾਂ ਦੇ ਕੋਲ ਪਹਿਲਾਂ ਹੀ ਜਿਹੜਾ ਮਿਲਟਰੀ ਆਪਣੀ ਆ ਉਹ ਤਗੜੀ ਜਿਹੜੀ ਉਹ ਹੋਊਗੀ। ਪਰ ਯੂਰਪ ਦੇ ਵਿੱਚ ਯੂਕਰੇਨ ਦੇ ਉੱਤੇ ਹਮਲਾ ਹੋਣ ਤੋਂ ਬਾਅਦ 'ਚ ਜਿਸ ਚੀਜ਼ ਨੂੰ ਪੁਤਿਨ ਸਗੋਂ ਰੋਕਣਾ ਚਾਹੁੰਦਾ ਸੀ, ਉਸ ਦੇ ਕਰਕੇ 2 ਹੋਰ ਮੁਲਕ ਨਾਟੋ ਦੇ ਵਿੱਚ ਜਲਦੀ ਜਿਹੜੇ ਉਹ ਜੁੜਨ ਜਾ ਰਹੇ ਆ। ਸੋ ਇਸ ਦੀ ਇਹ ਕੂਟਨੀਤੀ ਤੇ ਇਸ ਦੀ ਇਹ ਜਿਹੜੀ ਰਣਨੀਤੀ ਆ, ਕਿੰਨੀ ਕੁ ਕਾਰਗਰ ਸਾਬਤ ਹੋਊਗੀ, ਇਹ ਤਾਂ ਜਿਹੜਾ ਭਵਿੱਖ ਦੱਸੂਗਾ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ, ਇੱਕ ਅਮਰੀਕੀ ਰਸ਼ੀਅਨ ਓਲੀਗਾਰਕ ਨੇ ਇਹ ਦਾਅਵਾ ਕਰ ਦਿੱਤਾ ਵੀ ਪੁਤਿਨ ਨੂੰ ਤਾਂ ਬਲੱਡ ਕੈਂਸਰ ਜਿਹੜਾ ਉਹ ਹੋਇਆ ਪਿਆ ਆ, ਵੀ ਇਸ ਦੇ ਹਾਲਾਤ ਜਿਹੜੇ ਉਹ ਬਹੁਤ ਜ਼ਿਆਦਾ ਮਾੜੇ ਹੈਗੇ ਆ, ਮਾਨਸਿਕ ਤੌਰ ਦੇ ਉੱਤੇ ਵੀ ਤੇ ਸਰੀਰਕ ਤੌਰ ਦੇ ਉੱਤੇ ਵੀ ਇਹ ਬਹੁਤਾ ਠੀਕ ਨਹੀਂ ਹੈਗਾ। ਸੋ ਉਸ ਦੇ ਵਿੱਚ ਤਾਂ ਪਤਾ ਨਹੀਂ ਕਿੰਨੀ ਕੁ ਗੱਲ ਦੇ ਵਿੱਚ ਦਾਅਵਾ ਆ, ਪਰ ਉਹ ਆਪਣੇ ਵੱਲੋਂ ਉਸਨੇ ਦਾਅਵਾ ਜਿਹੜਾ ਉਹ ਠੋਕ ਦਿੱਤਾ। ਇਹ ਸਾਰੀਆਂ ਚੀਜ਼ਾਂ ਨੂੰ ਰੂਸ ਦੇ ਦੁਆਰਾ ਜਿਹੜਾ ਆ ਉਹ ਨਕਾਰਿਆ ਗਿਆ। ਕਹਿੰਦੇ ਵੀ ਇਸ ਗੱਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਸੱਚਾਈ ਨਹੀਂ ਹੈਗੀ। ਜੀ, ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਰਸ਼ੀਅਨ ਓਲੀਗਾਰਚ ਆ, ਜਿਹੜੇ ਅਮੀਰ ਲੋਕ ਆ, ਉਹ ਇਹ ਵੀ ਚਾਹੁੰਦੇ ਆ ਵੀ ਹੁਣ ਸਾਡਾ ਜਿਹੜੇ ਮਹਿੰਗੀਆਂ ਚੀਜ਼ਾਂ ਆ, ਉਹਨਾਂ ਦੇ ਉੱਤੇ ਵੱਖ-ਵੱਖ ਮੁਲਕ ਕਬਜ਼ਾ ਕਰ ਰਹੇ ਆ ਤੇ ਸਾਨੂੰ ਇਸ ਨੂੰ ਜਿਹੜਾ ਆ ਪੁਟਿਨ ਨੂੰ ਹਟਾਉਣਾ ਵੀ ਚਾਹੀਦਾ ਹੈਗਾ ਆ। ਉਹਦੀ ਜਗ੍ਹਾ ਕੋਈ ਨਾ ਕੋਈ ਹੋਰ ਬੰਦਾ ਰਿਪਲੇਸ ਕਰਨਾ ਚਾਹੀਦਾ ਆ। ਪਿਛਲੇ ਦਿਨਾਂ ਦੇ ਵਿੱਚ ਫਿਜੀ ਨੇ 325 ਮਿਲੀਅਨ ਦਾ ਇੱਕ ਸੁਪਰ ਜਾਇਟ ਰਸ਼ੀਅਨ ਓਲੀਗਾਰਚ ਦਾ ਸੀ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਕਹਿੰਦੇ ਵੀ ਟਰਕੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਸੁਪਰ ਜਾਇਟਸ ਜਿਹੜੇ ਰਸ਼ੀਅਨ ਓਲੀਗਾਰਚ ਵੱਲੋਂ ਓਨਡ ਹੈਗੇ ਆ, ਉੱਥੇ ਰੱਖੇ ਗਏ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਮੈਕਡੋਨਲਡ ਦੇ ਸੰਬੰਧ ਦੇ ਵਿੱਚ ਆ। ਅੱਜ ਮੈਕਡੋਨਲਡ ਨੇ ਅਨਾਉਂਸ ਕਰਤਾ ਉਹ ਰਸ਼ੀਆ ਦੇ 850 ਦੇ ਕਰੀਬ ਰੈਸਟੋਰੈਂਟ ਬੰਦ ਕਰਨ ਜਾ ਰਹੇ ਆ ਪਰਮਾਨੈਂਟਲੀ। ਜਾਂ ਉਹ ਸੈਲ ਕਰ ਦੇਣਗੇ ਆਪਣੇ ਬਿਜ਼ਨਸ ਵਿੱਚ, ਜਾਂ ਉਸ ਨੂੰ ਬੰਦ ਕਰਨ ਜਾ ਰਹੇ ਆ। 62,000 ਦੇ ਕਰੀਬ EMPLOYEES ਮੈਕਡੋਨਲਡ ਦੇ ਰਸ਼ੀਆ ਦੇ ਵਿੱਚ ਹੈਗੇ ਆ। ਲਗਭਗ 30 ਸਾਲ ਪਹਿਲਾਂ ਮੈਕਡੋਨਲਡ ਕੰਪਨੀ ਰਸ਼ੀਆ ਦੇ ਵਿੱਚ ਗਈ ਸੀ, ਜਿਸ ਟਾਈਮ ਦੇ ਉੱਤੇ ਰਸ਼ੀਆ ਦੇ ਕਈ ਮੁਲਕ ਟੁੱਟ ਗਏ ਸੀ ਤੇ ਇਹ ਬਹੁਤ ਵੱਡੀ ਜਿਹੜੀ ਫਾਸਟ ਫੂਡ ਚੇਨ ਹੈਗੀ ਆ। ਇਸ ਦੇ ਉੱਤੇ ਬਹੁਤ ਜ਼ਿਆਦਾ ਹੁਣ ਫਾਈਨੈਂਸ਼ੀਅਲੀ ਵੀ ਅਸਰ ਪਿਆ ਹੈਗਾ ਆ। ਹਿਊਮੈਨਿਟੇਰੀਅਨ ਕ੍ਰਾਈਸਿਸ ਵੀ ਆ, ਖਾਸ ਕਰਕੇ ਜੰਗ ਤੋਂ ਬਾਅਦ। ਕਹਿੰਦੇ ਵੀ ਰਸ਼ੀਆ ਦੇ ਵਿੱਚ ਬਿਜ਼ਨਸ ਕਰਨਾ ਬਹੁਤ ਔਖਾ ਹੈਗਾ ਆ। ਇਹ ਮੈਕਡੋਨਲਡ ਦੇ CEO ਨੇ ਕਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਸਾਡੀਆਂ ਵੈਲਿਊਜ਼ ਆ, ਉਹ ਸਾਨੂੰ ਨਹੀਂ ਅਲਾਉ ਕਰਦੀਆਂ ਵੀ ਰਸ਼ੀਆ ਦੇ ਵਿੱਚ ਬਿਜ਼ਨਸ ਕੀਤਾ ਜਾਵੇ। ਸ਼ਿਕਾਗੋ ਬੇਸਡ ਕੰਪਨੀ ਨੇ ਮਾਰਚ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਉਹ ਟੈਂਪਰੇਰੀਲੀ ਕੁਝ ਸਟੋਰ ਰਸ਼ੀਆ ਦੇ ਵਿੱਚ ਬੰਦ ਕਰਨ ਜਾ ਰਹੇ ਆ ਤੇ ਅੱਜ ਉਹਨਾਂ ਨੇ ਇਹ ਕਹਿਤਾ ਵੀ 850 ਦੇ ਕਰੀਬ ਸਾਰੇ ਦੇ ਸਾਰੇ ਸਟੋਰ ਉਹ ਬੰਦ ਕਰਨ ਜਾ ਰਹੇ ਆ। CEO ਕ੍ਰਿਸ ਉਹਨਾਂ ਨੇ ਇਹ ਕਿਹਾ ਵੀ ਸਾਡੀ ਲਾਇਲਟੀ ਮੈਕਡੋਨਲਡ ਦੇ ਨਾਲ, EMPLOYEES ਦੇ ਨਾਲ, ਹੋਰ ਹੰਡਰਡਸ ਆਫ ਰਸ਼ੀਅਨ ਸਪਲਾਇਰਸ ਦੇ ਨਾਲ ਹੈਗੀ ਆ, ਪਰ ਜੰਗ ਕਰਕੇ ਸਾਨੂੰ ਇਸ ਤੋਂ ਬਾਹਰ ਜਾਣਾ ਪੈਣਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਇੱਥੇ ਦੇ ਮੱਛਰ ਆ, ਉਹਨਾਂ ਦੇ ਵਿੱਚ ਵੈਸਟ ਨਾਈਲ ਵਾਇਰਸ ਜਿਹੜਾ ਆ ਉਹ ਪਾਇਆ ਗਿਆ ਆ। ਇਸ ਦੀ ਕਨਫਰਮੇਸ਼ਨ ਕਾਉਂਟੀ ਦੇ ਦੁਆਰਾ ਕਰ ਦਿੱਤੀ ਗਈ ਆ। ਮਸਕੀਟੋਜ਼, ਮੱਛਰਾਂ ਦਾ ਸੀਜ਼ਨ ਕਹਿੰਦੇ ਆ ਵੀ ਉਹ ਆ ਰਿਹਾ ਆ ਤੇ ਵੈਸਟ ਨਾਈਲ ਵਾਇਰਸ ਕਾਫੀ ਘਾਤਕ ਸਾਬਤ ਹੋ ਸਕਦਾ ਆ।
ਬੈਕਯਾਰਡਸ ਦੇ ਵਿੱਚ ਜਦ ਕਹਿੰਦੇ ਵੀ ਤੁਸੀਂ ਸ਼ਾਮ ਨੂੰ ਬੈਠਦੇ ਹੋ ਦਿਨ ਢਲਣ ਤੋਂ ਬਾਅਦ 'ਚ, ਤਾਂ ਮੱਛਰਾਂ ਦਾ ਭਿਣ-ਭਿਣਾਉਣਾ, ਬੋਲਬਾਲਾ ਜਿਹੜਾ ਉਸ ਟਾਈਮ ਦੇ ਉੱਤੇ ਤੇਜ਼ ਹੁੰਦਾ ਆ। ਮੌਸਮ ਇਸ ਟਾਈਮ ਉਹਨਾਂ ਦੇ ਲਈ ਬਿਲਕੁਲ ਪਰਫੈਕਟ ਹੈਗਾ ਆ। ਸੋ ਕਾਉਂਟੀ ਵਾਲੇ ਅਕਸਰ ਇੱਦਾਂ ਦੇ ਜਿਹੜੇ ਇਨਸੈਕਟਸ ਆ ਉਹਨਾਂ ਦੇ ਨਿਰੀਖਣ ਟੈਸਟ ਜਿਹੜੇ ਆ ਉਹ ਕਰਦੇ ਰਹਿੰਦੇ ਆ, ਵੀ ਪਤਾ ਲੱਗਦਾ ਰਵੇ ਵੀ ਕੋਈ ਹੋਰ ਨਵੀਂ ਬਿਮਾਰੀ ਤਾਂ ਨਹੀਂ ਫੈਲ ਰਹੀ। ਵੈਸਟ ਨਾਈਲ ਵਾਇਰਸ ਜਿਹੜੇ ਆ ਉਹ ਕਾਫੀ ਘਾਤਕ ਸਾਬਤ ਹੋ ਸਕਦਾ। ਫ੍ਰੈਸਨੋ ਮੋਸਕੀਟੋ ਵੈਕਟਰ ਕੰਟਰੋਲ ਡਿਸਟ੍ਰਿਕਟ ਉਹਨਾਂ ਨੇ ਬੀਤੇ ਬੁੱਧਵਾਰ ਇਸ ਦੀ ਕਨਫਰਮੇਸ਼ਨ ਕਰ ਦਿੱਤੀ ਆ ਵੀ ਫ੍ਰੈਸਨੋ ਕਾਉਂਟੀ ਦੇ ਜਿਹੜੇ ਪਬਲਿਕ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਵੈਸਟ ਨਾਈਲ ਵਾਇਰਸ ਉਹ ਜਿਹੜੇ ਕਲੈਕਟ ਕੀਤੇ ਗਏ ਸੀਗੇ ਅਡਲਟ ਮਸਕੀਟੋਜ਼ ਸਾਊਥ ਈਸਟ ਫ੍ਰੈਸਨੋ ਦੇ ਇਲਾਕੇ ਦੇ ਵਿੱਚ ਉੱਥੇ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ ਕਹਿੰਦੇ ਵੀ ਸੈਂਟਰਲ ਵੈਲੀ ਬਹੁਤਾ ਜਿਹੜਾ ਆ ਉਹ ਖੁਸ਼ਕ ਰਹੇਗਾ, ਪਰ ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਆ ਉਹ ਖੜਾ ਰਹਿੰਦਾ ਆ। ਜਿੱਥੇ ਪਾਣੀ ਖੜਾ ਰਹਿੰਦਾ ਆ ਉੱਥੇ ਮੱਛਰਾਂ ਦੀ ਪਾਪੂਲੇਸ਼ਨ ਫਿਰ ਕਾਫੀ ਜ਼ਿਆਦਾ ਵੱਧ ਜਾਂਦੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿੱਥੇ-ਜਿੱਥੇ ਵੀ ਭਾਈ ਪਾਣੀ ਖੜਾ ਆ ਉਸ ਨੂੰ ਡੋਲੋ, ਖੜਾ ਜਿਹੜਾ ਪਾਣੀ ਆ ਉਹ ਨਾ ਰਹਿਣ ਦਿਓ। ਤੇ ਕਹਿੰਦੇ ਵੀ ਇਹ ਬਹੁਤ ਸੀਰੀਅਸ ਇਲਨੈਸ ਆ। ਇੱਕ ਵਾਰੀ ਜਿਹੜਾ ਆ ਇਸ ਦੇ ਨਾਲ ਪੀੜਤ ਮੱਛਰ ਨੇ ਤੁਹਾਨੂੰ ਕੱਟ ਦਿੱਤਾ, ਇਹ ਵਾਇਰਸ ਤੁਹਾਡੇ ਵਿੱਚ ਆ ਜਾਂਦਾ ਹੈ ਤੇ ਇਹਦੀ ਕੋਈ ਮੈਡੀਕੇਸ਼ਨ ਨਹੀਂ ਆ। ਕਹਿੰਦੇ ਪ੍ਰੀਵੈਂਸ਼ਨ ਹੀ ਇਸ ਦੇ ਵਿੱਚ ਬਚਾਅ ਹੀ ਜੇ ਇਸ ਦੇ ਵਿੱਚ ਮੇਨ ਬਚਾਅ ਆ, ਤੇ ਕਹਿੰਦੇ ਬਹੁਤ ਸੀਰੀਅਸ ਇਲਨੈਸ ਜਿਹੜੀ ਉਹ ਹੋਊਗੀ। ਸੋ ਕਹਿੰਦੇ ਵੀ ਤੁਸੀਂ ਲਾਈਟ ਲੂਜ਼ ਫਿਟਿੰਗ ਕਲੋਥਸ, ਲੌਂਗ ਸਲੀਵਸ, ਲੌਂਗ ਪੈਂਟਸ ਪਾ ਕੇ ਜਿਹੜਾ ਉਹ ਰੱਖੋ ਤੇ ਆਪਣੇ ਆਪ ਨੂੰ ਇਹਨਾਂ ਮੱਛਰਾਂ ਤੋਂ ਜਿਹੜਾ ਆ ਉਹ ਬਚਾਓ। ਇਨਸੈਕਟ ਰਿਪੈਲੈਂਟਸ ਵਗੈਰਾ ਆ ਉਸ ਦੀ ਵਰਤੋਂ ਵੀ ਜਿਹੜੀ ਤੁਸੀਂ ਕਰ ਸਕਦੇ ਹੈਗੇ ਆ। ਸੋ ਕਹਿੰਦੇ ਵੀ ਇਸ ਦੇ ਨਾਲ ਹਾਈ ਫੀਵਰ, ਹੈਡੇਕ, ਧੌਣ, ਸਟਿਫ ਜਿਹੜੀ ਹੋਣੀ ਸਕਿਨ ਦੇ ਉੱਤੇ, ਰੈਸ਼, ਕਹਿੰਦੇ ਵੀ ਇਹ ਜਿਹੜੇ ਸਿੰਪਟਮਸ ਆ ਇਹ ਫਲੂ ਨਾਲ ਵੀ ਮੈਚ ਖਾਂਦੇ ਤੇ ਹੁਣ ਜਿਹੜੇ ਕੋਵਿਡ ਦੇ ਨਾਲ ਵੀ ਮੈਚ ਖਾਂਦੇ ਆ। ਸੋ ਬੰਦਾ ਉੱਦਾਂ ਹੀ ਜਿਹੜਾ ਬਹੁਤ ਜ਼ਿਆਦਾ ਘਬਰਾ ਜਾਂਦਾ ਹੈਗਾ ਆ। ਸੋ ਕਹਿੰਦੇ ਵੀ ਆਪਣੀ ਲੋਕਲ ਮਸਕੀਟੋ ਕੰਟਰੋਲ ਡਿਸਟ੍ਰਿਕਟ ਨੂੰ ਵੀ ਦੱਸੋ ਜੇ ਤੁਹਾਡੇ ਇਲਾਕੇ ਦੇ ਵਿੱਚ ਜ਼ਿਆਦਾ ਮੱਛਰ ਆ, ਤਾਂ ਜੋ ਉਹ ਵੀ ਕਨਫਰਮ ਕਰ ਸਕਣ ਵੀ ਤੁਹਾਡੇ ਵਾਲੇ ਮੱਛਰਾਂ 'ਚ ਕਿਤੇ ਵੈਸਟ ਨਾਈਲ ਵਾਇਰਸ ਤਾਂ ਨਹੀਂ ਜਿਹੜਾ ਉਹ ਤੁਰਿਆ ਫਿਰਦਾ। ਸੋ ਇਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖਣ। ਜੀ। ਅਗਲੀ ਖਬਰ ਬੇਬੀ ਫੂਡ ਦੇ ਸੰਬੰਧ ਦੇ ਵਿੱਚ ਆਪਾਂ ਪਿਛਲੇ ਕਈ ਦਿਨਾਂ ਤੋਂ ਇਹਦੇ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ। ਅਮਰੀਕਾ ਦੇ ਵਿੱਚ ਬੇਬੀ ਫੂਡ ਦੀ ਬਹੁਤ ਖਾਸ ਕਰਕੇ ਮਿਲਕ ਦੀ ਸ਼ਾਰਟੇਜ ਹੈਗੀ ਆ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਵੀ ਬੇਬੀ ਫਾਰਮੂਲਾ ਖਰੀਦਣ ਦੇ ਲਈ ਉਹਦੇ ਉੱਤੇ ਲਿਮਿਟ ਲਾ ਦਿੱਤੀ ਆ ਵੀ ਤੁਸੀਂ ਕਿੰਨੇ ਜਿਹੜੇ ਯੂਨਿਟ ਆ ਉਹ ਖਰੀਦ ਸਕਦੇ ਹੈਗੇ ਆ। ਨੈਸ਼ਨਲ ਲੈਵਲ ਦੇ ਉੱਤੇ ਸਟਾਕ ਰੇਟ ਹਿਟਿੰਗ 43% ਆ ਪਿਛਲੇ ਹਫ਼ਤੇ ਦੇ ਮੁਤਾਬਕ। ਕੈਲੀਫੋਰਨੀਆ ਦੇ ਵਿੱਚ 32% ਦੇ ਕਰੀਬ ਆ। ਸੈਂਟਾ ਕਲਾਰਾ ਕਾਉਂਟੀਜ਼ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਪ੍ਰੈਸ਼ਰ ਆ ਵੀ ਕਿੱਥੋਂ ਉਹ ਬੇਬੀ ਫਾਰਮੂਲਾ ਖਰੀਦਣ। ਵਾਲਮਾਰਟ ਤੇ ਟਾਰਗੇਟ ਸਟੋਰ ਉਹਨਾਂ ਨੇ ਲਿਮਿਟ ਲਾ ਦਿੱਤੀ ਹੈਗੀ ਆ। ਕਈ ਸਟੋਰ ਕਹਿੰਦੇ ਜਿੱਦਾਂ ਇੱਕ ਸੈਨੋਜ਼ੇ ਦੇ ਵਿੱਚ ਮੋਨਰੇ ਰੋਡ ਦੇ ਉੱਤੇ ਹੈਗਾ, ਉੱਥੇ ਤਾਂ ਟੋਟਲੀ ਐਮਪਟੀ ਹੈਗਾ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਬੀਬੀਆਂ ਵੀ ਉਹ ਆਪਣੇ ਬ੍ਰੈਸਟ ਫੀਡ ਕਰਦੇ ਆ ਆਪਣੇ ਬੱਚਿਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ, ਕਿਉਂਕਿ ਜਿਹੜਾ ਬੇਬੀ ਫਾਰਮੂਲਾ ਆ ਉਹ ਮਿਲ ਨਹੀਂ ਰਿਹਾ। ਇਹ ਇੱਕ ਤਰ੍ਹਾਂ ਨਾਲ ਸਕੇਰੀ ਹੈਗਾ। ਲੋਕ ਕਹਿੰਦੇ ਸੈਨੋਜ਼ੇ ਤੋਂ ਲੈ ਕੇ ਮਾਊਂਟਨ ਵਿਊ ਤੱਕ ਸਟੋਰ ਟੂ ਸਟੋਰ ਲੱਭ ਰਹੇ ਆ। ਐਮਾਜ਼ੋਨ ਦੇ ਉੱਤੇ ਹਰ ਵੇਲੇ ਚੈੱਕ ਕਰ ਰਹੇ ਆ ਵੀ ਕਿਸ ਟਾਈਮ ਅਵੇਲੇਬਲ ਹੋਵੇ ਤੇ ਅਸੀਂ ਇਸ ਨੂੰ ਜਿਹੜਾ ਖਰੀਦ ਸਕੀਏ। ਸਪਲਾਈ ਚੇਨ ਨੂੰ ਲੈ ਕੇ ਐਕਸਪਰਟ ਇਹ ਬਲੇਮ ਕਰਦੇ ਆ। ਸਪਲਾਈ ਚੇਨ ਇਸ਼ੂ ਵੀ ਇਹਦੇ ਵਿੱਚ ਹੈਗਾ ਆ, ਜਿਹੜਾ ਕੋਵਿਡ-19 ਦੇ ਵੇਲੇ ਸ਼ੁਰੂ ਹੋਇਆ ਸੀ। ਪਰ ਇਹ ਦੱਸਦੇ ਜਾਈਏ ਇੱਕ ਬਹੁਤ ਵੱਡੀ ਫੈਸਿਲਿਟੀ ਆ ਮਿਸ਼ੀਗਨ ਦੇ ਵਿੱਚ ਜਿਹੜੀ ਬੇਬੀ ਫਾਰਮੂਲੇ ਦੀ, ਉਹ ਪਿਛਲੇ ਫਰਵਰੀ ਦੇ ਵਿੱਚ ਫੈਡਰਲ ਅਥਾਰਟੀਜ਼ ਵੱਲੋਂ ਬੰਦ ਕਰ ਦਿੱਤੀ ਗਈ ਸੀ। ਕਹਿੰਦੇ ਵੀ ਐਬਟ ਨਿਊਟ੍ਰੀਸ਼ਨ ਕੰਪਨੀ ਉਹਦੇ ਵਿੱਚ ਕੰਟੈਮੀਨੇਸ਼ਨ ਪਾਈ ਗਈ ਸੀ ਬੇਬੀ ਫਾਰਮੂਲੇ ਦੇ ਵਿੱਚ, ਜਿਹਦੇ ਨਾਲ 2 ਬੱਚਿਆਂ ਦੀਆਂ ਮੌਤਾਂ ਹੋਈਆਂ ਸੀਆਂ। ਨੈਸ਼ਨਲ ਲੈਵਲ ਤੇ ਨਿਊਜ਼ ਆਈ ਸੀ। ਉਸ ਤੋਂ ਬਾਅਦ ਉਹ ਦੋਨੋਂ ਫੈਕਟਰੀਆਂ ਬੰਦ ਕਰ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਹੀ ਇਹ ਸਾਰਾ ਕੁਛ ਜਿਹੜਾ ਆ ਸ਼ੁਰੂ ਹੋਇਆ ਹੈਗਾ। ਪਰ ਇਹ ਬਹੁਤ ਹੈਰਾਨੀ ਦੀ ਗੱਲ ਆ ਵੀ ਇੰਨੀ ਵੱਡੀ ਲੈਵਲ ਦੇ ਉੱਤੇ ਬੇਬੀ ਫਾਰਮੂਲਾ ਲੋਕਾਂ ਨੂੰ ਨਹੀਂ ਮਿਲ ਰਿਹਾ। ਜੀ, ਇਹ ਜਿਹੜਾ ਐਬਟ ਦਾ ਫੂਡ ਦੇ ਵਿੱਚ ਜਦ ਕੰਟੈਮੀਨੇਸ਼ਨ ਹਰਜੋਤ ਸਿੰਘ ਜੀ ਪਾਈ ਗਈ ਸੀ, ਐਬਟ ਨੇ ਕਹਿੰਦੇ ਆ ਵੀ ਉਸ ਨੂੰ ਠੀਕ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਕਰਕੇ ਪਲਾਂਟ ਨੂੰ ਜਿਹੜਾ ਉਹ ਸ਼ਟ ਡਾਊਨ ਕਰਨਾ ਪਿਆ। ਇਸ ਦੇ ਉੱਤੇ ਜਿਹੜੇ ਟਰਾਂਸਪੋਰਟੇਸ਼ਨ ਦੇ ਸਕੱਤਰ ਪੀਟ ਬੁਟਿਜੇਜ ਆ, ਉਹਨਾਂ ਨੇ ਕਿਹਾ ਵੀ ਸਾਡੇ ਆਪਣੇ 2 ਸਾਡੇ ਨਿਆਣੇ ਆ 9-9 ਮਹੀਨਿਆਂ ਦੇ, ਬੇਬੀ ਫਾਰਮੂਲਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ, ਕਹਿੰਦੇ ਵੀ ਬੜਾ ਪਰਸਨਲ ਇਸ਼ੂ ਆ ਇਹ ਮੇਰੇ ਲਈ ਵੀ। ਕੱਲ੍ਹ ਫੇਸ ਦਾ ਨੇਸ਼ਨ ਦੇ ਵਿੱਚ CBS ਦੇ ਉੱਤੇ ਜਿਹੜੀ ਇਹ ਇੰਟਰਵਿਊ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ। ਕਹਿੰਦੇ ਵੀ ਐਬਟ ਨੇ ਇਹ ਨਕਾਰਿਆ ਵੀ ਜਿਹੜੇ ਫਾਰਮੂਲਾਜ਼ ਦੇ ਨਾਲ ਬੱਚਿਆਂ ਨੂੰ ਕੋਈ ਇਲਨੈਸ ਹੋ ਰਹੀ ਆ। ਉਹ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਦੇ ਵਿੱਚ ਇਹ ਕਿਹਾ। ਸੋ ਕਹਿੰਦੇ ਵੀ ਪੀਟ ਬੁਟਿਜੇਜ ਇਸ ਦੇ ਉੱਤੇ ਬੋਲੇ ਵੀ ਕੰਪਨੀ ਆਪਾਂ ਇਸ ਟਾਈਮ ਇੱਥੇ ਇਸ ਲਈ ਪਹੁੰਚੇ ਹਾਂ ਵੀ ਕੰਪਨੀ ਦੀ ਕੰਟੈਮੀਨੇਸ਼ਨ ਸੀ ਤੇ ਪਲਾਂਟ ਸੇਫ ਨਹੀਂ ਸੀ, ਉਹ ਸ਼ਟਡਾਊਨ ਜਿਹੜਾ ਉਹ ਕਰਨਾ ਪਿਆ, ਪਰ ਉਸ ਨੂੰ ਠੀਕ ਕਰਨ ਦੇ ਲਈ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। 90% ਜਿਹੜਾ ਮੁਲਕ ਦੇ ਵਿੱਚ ਬੇਬੀ ਫਾਰਮੂਲਾ, ਮੀਟ ਜੌਨਸਨ, ਐਬਟ, ਗਰਬਰ ਤੇ ਪ੍ਰੀਗਿਓ ਇਹਨਾਂ ਕੰਪਨੀਆਂ ਦੇ ਹੱਥ ਦੇ ਵਿੱਚ ਚੱਲਦਾ ਆ। ਬੇਬੀ ਫਾਰਮੂਲਾ ਬਹੁਤ ਹੀ ਜ਼ਿਆਦਾ ਹਾਈਲੀ ਰੈਗੂਲੇਟਡ ਇਹ ਫਾਰਮੂਲਾ ਹੈਗਾ ਆ। FDA ਦੇ ਅਪਰੂਵਲ ਤੋਂ ਬਗੈਰ ਕੋਈ ਵੀ ਇਸ ਨੂੰ ਜਣਾ ਖਣਾ ਇਹਨੂੰ ਨਹੀਂ ਬਣਾ ਸਕਦਾ ਤੇ ਇਸ ਨੂੰ ਪ੍ਰੋਡਿਊਸ ਕਰਨਾ ਵੀ ਕਹਿੰਦੇ ਕਾਫੀ ਜ਼ਿਆਦਾ ਮੁਸ਼ਕਲ ਹੈਗਾ ਆ। FDA ਨੇ ਕੰਟੈਮੀਨੇਸ਼ਨ ਪਾਏ ਜਾਣ ਤੋਂ ਬਾਅਦ ਫਰਵਰੀ ਦੇ ਵਿੱਚ ਹੀ ਮਿਸ਼ੀਗਨ ਦੇ ਇਸ ਸਟਰਗਸ ਐਬਟ ਪਲਾਂਟ ਨੂੰ ਬੰਦ ਕਰਨ ਦੇ ਲਈ ਆਖਿਆ ਸੀਗਾ। ਸੋ ਬਾਈਡਨ ਪ੍ਰਸ਼ਾਸਨ ਇਸ ਟਾਈਮ ਬਹੁਤ ਜ਼ਿਆਦਾ ਤੱਤੇ ਪਾਣੀ ਦੇ ਵਿੱਚ ਇਸ ਨੂੰ ਲੈ ਕੇ ਜਿਹੜੀ ਉਹ ਹੈਗੀ ਆ ਵੀ ਕੀ ਗੱਲ ਵੀ ਇਸ ਟਾਈਮ ਸਾਰੇ ਹੀ ਪਾਸੇ ਹਾਹਾਕਾਰ ਮਚੀ ਪਈ ਆ ਬੇਬੀ ਫਾਰਮੂਲਾ ਨੂੰ ਲੈ ਕੇ। ਸੋ ਉਹਨਾਂ ਨੇ ਪੀਟ ਬੁਟਿਜੇਜ ਨੇ ਤਾਂ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਡਿਫੈਂਡ ਕਰਨਾ ਹੀ ਸੀਗਾ। ਉਹਨਾਂ ਨੇ ਜਿਹੜਾ ਉਹ ਕਿਹਾ ਵੀ ਰਾਸ਼ਟਰਪਤੀ ਬਾਈਡਨ ਦੀ ਅਟੈਂਸ਼ਨ ਦੇ ਵਿੱਚ ਇਹ ਹੈਗਾ ਆ ਤੇ ਇਵੈਂਚੁਅਲੀ ਉਹਨਾਂ ਨੇ ਸਾਰੇ ਦਾ ਸਾਰਾ ਦੋਸ਼ ਇਸ ਪਲਾਂਟ ਦੇ ਉੱਤੇ ਜਿਹੜਾ ਉਹ ਮੜਿਆ ਵੀ ਇਹਨਾਂ ਨੇ ਠੀਕ ਨਾ ਕਰਨ ਕਰਕੇ ਇਹ ਸਾਰਾ ਕੁਝ ਆਪਾਂ ਇਸ ਟਾਈਮ ਇੱਥੇ ਪਹੁੰਚੇ ਆ। ਸੋ ਰਾਸ਼ਟਰਪਤੀ ਜਿਹੜੇ ਬਾਈਡਨ ਆ, ਇਹਨਾਂ ਨੂੰ ਇਸ ਟਾਈਮ ਕਾਫੀ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਹੈਗਾ ਆ। ਡਿਫੈਂਸ ਐਕਟ ਜਿਹੜਾ ਆ ਅਜੇ ਤੱਕ ਇਸ ਨੂੰ ਕਰਨ ਦੇ ਲਈ ਆਊਟ ਆਫ ਸਟਾਕ ਹੋਏ ਜਿਹੜੇ ਬੇਬੀ ਫਾਰਮੂਲਾ ਨੂੰ ਉਸ ਦੀ ਪ੍ਰੋਡਕਸ਼ਨ ਤੇਜ਼ ਕਰਨ ਦੇ ਲਈ ਉਹ ਲਾਇਆ, ਜਿਹੜਾ ਉਹ ਨਹੀਂ ਗਿਆ। ਤੇ ਜਿੱਦਾਂ ਆਪਾਂ ਪਹਿਲਾਂ ਦੱਸਿਆ, ਕਿਉਂਕਿ ਇਹ ਬੜਾ ਹਾਈਲੀ ਰੈਗੂਲੇਟਡ ਆ, ਹਰ ਇੱਕ ਜਣਾ ਇਸ ਨੂੰ ਬਣਾ ਨਹੀਂ ਸਕਦਾ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ ਉਹ ਆ ਰਹੀ ਆ ਵੀ ਇਸ ਨੂੰ ਕਿਤੇ ਹੋਰ ਪਾਸਿਓਂ ਬਣਵਾ ਕੇ ਕਿ ਕਈ ਹੋਰ ਕੰਪਨੀ ਦੇ ਵਿੱਚ ਬਣਵਾਉਣ ਦੀ ਬੜੀ ਮੁਸ਼ਕਲ ਜਿਹੜੀ ਉਹ ਆ ਰਹੀ ਆ। ਸੋ ਇਹ ਭਾਈ ਜਲਦੀ ਪ੍ਰੋਬਲਮ ਇਹ ਠੀਕ ਹੋਵੇ ਤਾਂ ਹੀ ਠੀਕ ਆ, ਨਹੀਂ ਤਾਂ ਨਿਆਣਿਆਂ ਦੀ ਸਿਹਤ ਦੇ ਉੱਤੇ ਜਿਹੜਾ ਇਸ ਦਾ ਮਾੜਾ ਅਸਰ ਇਸ ਘਾਟ ਦਾ, ਬੇਬੀ ਫਾਰਮੂਲੇ ਦੀ ਘਾਟ ਦਾ ਉਹ ਹੋ ਸਕਦਾ ਆ। ਇਸ ਟਾਈਮ ਜਿੱਥੇ ਵੀ ਉਪਲਬਧ ਆ ਹਰਜੋਤ ਸਿੰਘ ਜੀ, ਆਬਵੀਅਸਲੀ ਉਹਦੇ ਪ੍ਰਾਈਸਿਸ ਵੀ ਹੁਣ ਵੱਧ ਹੋ ਰਹੇ ਨੇ। ਜੀ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਇਦਾਂ ਦਾ ਸ਼ਹਿਰ ਆ ਜਿੱਥੇ ਬਹੁਤ ਜ਼ਿਆਦਾ ਗੋਲੀਆਂ ਦੇ ਨਾਲ ਮੌਤਾਂ ਹੋ ਰਹੀਆਂ ਆ। ਉੱਥੇ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਬੈਡ ਆ। ਸ਼ਿਕਾਗੋ ਦੀ ਮੇਅਰ ਲੌਰੀ ਲਾਈਟਫੁੱਟ ਦੀ ਪੁਲਿਸ ਦੇ ਨਾਲ ਬਣਦੀ ਨਹੀਂ ਹੈ, ਪਰ ਅੱਜ ਉਹ ਸ਼ਿਕਾਗੋ ਦੇ ਜਿਹੜੇ ਪੁਲਿਸ ਆਫੀਸ਼ੀਅਲਸ ਆ ਉਹਨਾਂ ਦੇ ਨਾਲ ਤੇ ਹੋਰ ਕਮਿਊਨਿਟੀ ਦੇ ਨਾਲ ਰਲ ਕੇ ਮੇਅਰ ਲੌਰੀ ਲਾਈਟਫੁੱਟ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਰਾਤ ਨੂੰ ਕੁਝ ਪਾਰਕਸ ਦੇ ਵਿੱਚ ਉਹ ਕਰਫਿਊ ਲਾਉਣ ਜਾ ਰਹੇ ਹੈਗੇ ਆ। ਕੱਲ ਇੱਕ ਮਿਲੇਨੀਅਮ ਪਾਰਕ ਹੈਗਾ, ਉੱਥੇ ਸ਼ੂਟਿੰਗ ਹੋਈ, ਇੱਕ ਬੱਚੇ ਦੀ ਜਿਹੜੀ ਆ ਮੌਤ ਵੀ ਹੋ ਗਈ। ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੰਗ ਬੱਚੇ 16 ਸਾਲ ਤੋਂ ਲੈ ਕੇ 20 ਸਾਲ ਤੱਕ ਉੱਥੇ ਇਕੱਠੇ ਹੋਏ ਸੀ। ਉਹ ਤੋਂ ਬਾਅਦ ਲੜਾਈ ਝਗੜਾ ਹੋ ਗਿਆ ਤੇ 17 ਸਾਲਾਂ ਦਾ ਸੈਂਡਲ ਹੌਲੀਡੇ ਕਰਕੇ ਇੱਕ ਗੋਲੀ ਦੇ ਦੌਰਾਨ ਮਾਰਿਆ ਗਿਆ ਤੇ ਇੱਕ ਮੇਰੀਨ ਰਿਚਰਡਸਨ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਸੈਕੰਡ ਡਿਗਰੀ ਮਰਡਰ ਦੇ ਸੰਬੰਧ ਦੇ ਵਿੱਚ। ਸੋ ਮਿਲੇਨੀਅਮ ਪਾਰਕ ਦੇ ਵਿੱਚ ਕਹਿੰਦੇ 6 ਵਜੇ ਸ਼ਾਮ ਤੋਂ ਬਾਅਦ ਥਰਸਡੇ ਤੋਂ ਲੈ ਕੇ ਸੰਡੇ ਤੱਕ ਕਰਫਿਊ ਹੋਊਗਾ ਵੀ ਉੱਥੇ ਕੋਈ ਵੀ ਜਾ ਨਹੀਂ ਸਕੂਗਾ। ਖਾਸ ਕਰਕੇ ਜਿਹੜੇ 17 ਸਾਲ ਜਾਂ ਉਹਨਾਂ ਤੋਂ ਘੱਟ ਉਮਰ ਦੇ ਬੱਚੇ ਹੈਗੇ ਆ। 11 ਵਜੇ ਰਾਤ ਨੂੰ ਸਟਾਰਟ ਹੋਊਗਾ, ਸਵੇਰ ਦੇ 6 ਵਜੇ ਤੱਕ। ਲਾਈਟਫੁੱਟ ਨੇ ਇਹ ਕਿਹਾ ਆ ਵੀ ਮੈਂ ਵੀ ਬਹੁਤ ਡਿਸਟਰੈਸਡ ਹੈਗੀ ਆ ਇੱਕ ਤਰ੍ਹਾਂ ਦੇ ਨਾਲ। ਇੰਨਾ ਜ਼ਿਆਦਾ ਜਿਹੜੀ ਵਾਇਲੈਂਸ ਆ ਸ਼ਿਕਾਗੋ ਸ਼ਹਿਰ ਦੇ ਵਿੱਚ ਵਧੀ ਹੋਈ ਹੈਗੀ ਆ। ਪਰ ਦੂਸਰੇ ਪਾਸੇ ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਇਹ ਕਿਹਾ ਆ ਵੀ ਕਰਫਿਊ ਲਾਣਾ ਇਹ ਇੱਕ ਗਲਤ ਹੋਊਗਾ, ਜਿਹਦੇ ਨਾਲ ਬਹੁਤ ਅਨਨੈਸੈਸਰੀ ਸਟਾਪ ਤੇ ਅਰੈਸਟ ਹੋਣਗੇ। ਪਰ ਮੇਅਰ ਦੇ ਕੋਲ ਵੀ ਹੁਣ ਕੋਈ ਆਲਟਰਨੇਟਿਵ ਹੈ ਨਹੀਂ ਤੇ ਪੁਲਿਸ ਆ ਉਹਨਾਂ ਨੇ ਆਪਣੇ ਹੱਥ ਖੜੇ ਕੀਤੇ ਹੋਏ ਆ ਸ਼ਿਕਾਗੋ 'ਚ। ਇੰਨੇ ਕਹਿੰਦੇ 70 80 ਸ਼ੂਟਿੰਗਸ ਹਰ ਹਫ਼ਤੇ ਸ਼ਿਕਾਗੋ ਦੇ ਵਿੱਚ ਹੁੰਦੀਆਂ ਹੈਗੀਆਂ। ਜੀ,
ਇੱਥੇ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ ਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਜੀ ਅਗਲੀਆਂ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਜੇ ਆਪਾਂ ਵੱਧਦੇ ਜਾਈਏ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕੱਲ ਇੱਕ ਹੋਰ ਗੋਲੀਕਾਂਡ ਹੋਇਆ, ਜਿਸ ਦੇ ਵਿੱਚ ਚਰਚ ਦੇ ਵਿੱਚ ਇਹ ਗੋਲੀਕਾਂਡ ਹੋਇਆ ਲਗੂਨਾ ਵੁਡਸ ਕੈਲੀਫੋਰਨੀਆ ਦੇ ਵਿੱਚ। ਉੱਥੋਂ ਦੇ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਦੱਸਿਆ, ਇਸ ਗੋਲੀਕਾਂਡ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਅਤੇ 5 ਲੋਕ ਜਿਹੜੇ ਇਸ 'ਚ ਜ਼ਖਮੀ ਹੋਏ ਨੇ, ਜਿਨ੍ਹਾਂ 'ਚੋਂ 4 ਗੰਭੀਰ ਰੂਪ ਦੇ ਵਿੱਚ ਜ਼ਖਮੀ ਆ। ਐਤਵਾਰ ਨੂੰ ਚਰਚ ਦੇ ਵਿੱਚ ਇਹ ਗੋਲੀ ਚੱਲੀ ਆ ਤੇ ਕਹਿੰਦੇ ਵੀ ਜਿੰਨਿਆਂ ਦੇ ਵੀ ਇਹ ਗੋਲੀ ਲੱਗੀ ਆ ਮਰੇ, ਉਹ ਸਾਰੇ ਅਡਲਟ ਸੀਗੇ, 18 ਤੋਂ ਉੱਤੇ ਸੀਗੇ। ਡੇਵਿਡ ਚਾਊ 68 ਸਾਲਾਂ ਦਾ, ਲਾਸ ਵੇਗਸ ਨਵਾਡਾ ਦਾ ਰਹਿਣ ਵਾਲਾ, ਉਹ ਸ਼ੈਰਿਫ ਡਿਪਾਰਟਮੈਂਟ ਨੇ ਉਸ ਨੂੰ ਮੇਨ ਸਸਪੈਕਟ ਇਸ ਦੇ ਵਿੱਚ ਜਿਹੜਾ ਉਹ ਦੱਸਿਆ ਆ ਵੀ ਇਸ ਨੇ ਇਹ ਗੋਲੀਆਂ ਜਿਹੜੀਆਂ ਉਹ ਚਲਾਈਆਂ ਹੈਗੀਆਂ ਨੇ। ਸੋ ਉਸ ਨੂੰ ਇੱਕ ਫੈਲਨੀ ਕਾਊਂਟ ਆਫ ਮਰਡਰ ਦੇ ਉੱਤੇ ਤੇ 5 ਜਿਹੜੇ ਫੈਲਨੀ ਕਾਊਂਟ ਅਟੈਂਪਟਡ ਮਰਡਰ ਦੇ ਹਿਸਾਬ ਦੇ ਨਾਲ ਬੁੱਕ ਕਰਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਸੋ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ। ਜਿਨੇਵਾ ਪ੍ਰੈਸਟੋਵੇਰੀਅਨ ਚਰਚ ਜਿਹੜਾ ਆ, ਉੱਥੇ ਲੰਚ ਰਿਸੈਪਸ਼ਨ ਜਿਹੜੀ ਉਹ ਚੱਲ ਰਹੀ ਸੀ। ਇੱਕ ਉੱਥੇ ਦੇ ਸਾਬਕਾ ਜਿਹੜਾ ਪੈਸਟਰ ਸੀਗਾ, ਉਸ ਦੀ ਯਾਦ ਦੇ ਵਿੱਚ ਜਦ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ ਇਸ ਬੰਦੇ ਦੇ ਦੁਆਰਾ। ਸੋ ਕਹਿੰਦੇ ਵੀ ਏਸ਼ੀਅਨ ਮੂਲ ਦਾ ਇਹ ਦੱਸਿਆ ਜਾ ਰਿਹਾ ਸੀ, 60 ਸਾਲਾਂ 60s ਦੇ ਵਿੱਚ ਇਹ ਸੀਗਾ, ਪਰ ਇਸ ਇਲਾਕੇ 'ਚ ਨਹੀਂ ਸੀ ਰਹਿੰਦਾ, ਕਿ ਤੋਂ ਬਾਹਰੋਂ ਆ ਕੇ ਇਸਨੇ ਜਿਹੜੀਆਂ ਗੋਲੀਆਂ ਚਲਾਈਆਂ। ਪੁਲਿਸ ਨੇ ਅਜੇ ਇਸ ਦੇ ਬਾਰੇ ਕੋਈ ਮੋਟਿਵ ਤਾਂ ਜਿਹੜਾ ਉਹ ਨਹੀਂ ਜਿਹੜਾ ਉਹ ਦਿੱਤਾ ਹੈਗਾ ਆ। ਸੋ ਉੱਥੇ ਜਦ ਗੋਲੀਆਂ ਚਲਾਈਆਂ ਤਾਂ ਲੋਕਾਂ ਨੇ, ਚਰਚ ਦੇ ਜਿਹੜੇ ਲੋਕ ਸੀਗੇ, ਉਹਨਾਂ ਨੇ ਇਸ ਨੂੰ ਜਿਹੜਾ ਉਹ ਫੜ ਲਿਆ, ਐਕਸਟੈਂਸ਼ਨ ਕਾਰਡ ਦੇ ਨਾਲ ਇਸ ਨੂੰ ਹੌਗ ਟਾਈ ਜਿਹੜਾ ਉਹ ਕਰ ਦਿੱਤਾ। 2 ਹੈਂਡਗਨਸ ਵੀ ਉਸ ਦੇ ਕੋਲੋਂ ਉਹਨਾਂ ਨੇ ਖੋਹ ਲਈਆਂ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਆਉਣ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਆ ਉਹ ਕਰ ਲਿਆ ਸੀਗਾ। ਸੋ ਦੇਖੋ ਹਰਜੋਤ ਸਿੰਘ ਜੀ, ਲੋਕ ਤਾਂ ਉੱਥੇ ਚਰਚ ਦੇ ਵਿੱਚ ਕਿਸੇ ਹੋਰ ਮਕਸਦ ਦੇ ਨਾਲ ਜਿਹੜੇ ਉਹ ਗਏ ਸੀਗੇ ਤੇ ਅੱਗੋਂ ਜਿਹੜਾ ਇੱਕ ਜਣੇ ਦੀ ਮੌਤ ਤੇ 5 ਜਾਣੇ ਜਿਹੜੇ ਉਹ ਜ਼ਖਮੀ ਹੋ ਕੇ ਆਏ। ਜੀ ਇਸੇ ਤਰ੍ਹਾਂ ਇੱਕ ਸੈਨੋਜ਼ੇ ਤੋਂ ਵੀ ਖਬਰ ਆ ਰਹੀ ਆ। ਅੱਜ ਸਵੇਰੇ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੇ ਲਾਗੇ ਵੀ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਸਸਪੈਕਟ ਲੱਭ ਨਹੀਂ ਰਿਹਾ ਜਿਹਨ ਗੋਲੀਆਂ ਚਲਾਈਆਂ ਹੈਗੀਆਂ ਆ। ਇਹ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੇ ਪੁਲਿਸ ਡਿਪਾਰਟਮੈਂਟ ਨੇ ਟਵੀਟ ਕਰਕੇ ਦੱਸਿਆ। ਕਹਿੰਦੇ ਸ਼ੂਟਿੰਗ ਸਵੇਰੇ 3 ਵਜੇ ਦੇ ਕਰੀਬ 400 ਬਲਾਕ ਆਫ 10th ਸਟਰੀਟ ਉੱਥੇ ਵਾਪਰੀ ਹੈਗੀ ਆ। ਇੱਕ ਦੇ ਕੋਲ ਲਾਈਫ ਥ੍ਰੈਟਨਿੰਗ ਜਿਹੜੀ ਸਿਚੁਏਸ਼ਨ ਆ ਤੇ ਦੂਸਰਾ ਨੌਨ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈਗੀ ਆ। ਕੋਈ ਵੀ ਸਸਪੈਕਟ ਹਜੇ ਤੱਕ ਲੱਭਿਆ ਨਹੀਂ ਗਿਆ। ਅਗਲੀ ਖਬਰ ਵੱਲ ਚੱਲੀਏ। ਇਸੇ ਤਰ੍ਹਾਂ ਪਤਾ ਨਹੀਂ ਲੋਕ ਕਿੰਨੇ ਕ੍ਰੇਜ਼ੀ ਹੋਏ ਆ। ਇੱਕ ਖਬਰ ਇਹ ਆ ਰਹੀ ਆ ਭਈ ਡੈਮੋਕ੍ਰੈਟਿਕ ਹੈਡਕੁਆਰਟਰਸ ਨੂੰ ਇੱਕ ਤਰ੍ਹਾਂ ਨਾਲ ਬਲੋ ਅਪ ਕਰਨ ਦਾ ਪਲਾਟ ਆ, ਉਸ ਨੂੰ ਪੁਲਿਸ ਨੇ ਐਕਸਪੋਜ਼ ਕੀਤਾ ਹੈਗਾ। ਕੈਲੀਫੋਰਨੀਆ ਦੇ ਕੁਝ ਐਕਸਟ੍ਰੀਮਿਸਟ ਕਹਿੰਦੇ ਪਏ ਸ਼ਰੇਆਮ ਪਲਾਨ ਕਰ ਰਹੇ ਸੀ ਡੈਮੋਕ੍ਰੈਟਿਕ ਪਾਰਟੀ ਦੇ ਹੈੱਡ ਆਫਿਸ ਨੂੰ ਬਲੋ ਅਪ ਕਰਨ ਦੇ ਲਈ। ਆਇਨ ਰੋਜਰਸ ਨਾਮ ਦੇ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ। ਨੈਪਾ ਵੈਲੀ ਦਾ ਬਿਜ਼ਨਸ ਓਨਰ ਆ, ਬੜਾ ਕਹਿੰਦੇ ਰਿਪੂਟਡ ਟੈਲੈਂਟਡ ਮਕੈਨਿਕ ਹੈਗਾ, ਜਿਹੜਾ ਕਿ ਉਹਦੇ ਕਲਾਇੰਟਸ ਜਿੱਦਾਂ ਦੇ ਜੈਗੁਅਰ, ਲੈਂਡ ਰੋਵਰ, ਰੋਲਸ ਰਾਇਸ ਓਨਰਸ, ਉਹ ਉਹਦੇ ਕਸਟਮਰ ਹੈਗੇ ਆ। ਨੈਪਾ ਦੇ ਵਿੱਚ ਮੇਨ ਸਟਰੀਟ ਦੇ ਉੱਤੇ ਜਿਹੜਾ ਇਹਦਾ ਬਿਜ਼ਨਸ ਹੈਗਾ ਆ। 47 ਸਾਲਾਂ ਦਾ, ਸਨੋਮਾ ਕਾਉਂਟੀ ਤੋਂ ਹੈਗਾ ਤੇ ਇਸ ਨੇ ਆਪਣੇ ਕੋਲ ਗਨਸ ਵਗੈਰਾ ਬਹੁਤ ਰੱਖੀਆਂ ਹੋਈਆਂ। ਫੇਸਬੁੱਕ ਦੇ ਉੱਤੇ ਵੀ ਇਸ ਨੇ ਇਦਾਂ ਦੀਆਂ ਪੋਸਟ ਪਾਈਆਂ, ਜਿਹਤੋਂ ਪੁਲਿਸ ਵਾਲਿਆਂ ਨੂੰ ਸ਼ੱਕ ਪਈ ਤੇ ਇਸ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ।
ਜੀ। ਅੱਜ ਸੁਪਰੀਮ ਕੋਰਟ ਨੇ ਸੈਨੇਟਰ ਟੈਡ ਕਰੂਜ਼ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾਇਆ ਆ। ਇਹ ਕਿਤੇ ਨਾ ਕਿਤੇ ਜਿਹੜਾ ਕੈਂਪੇਨ ਦੇ ਨਾਲ ਜੁੜੇ ਹੋਏ ਫਾਈਨੈਂਸਿਸ ਦੇ ਮਾਮਲੇ ਦੇ ਨਾਲ ਸੰਬੰਧਿਤ ਆ। 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ, ਉਹਨਾਂ ਨੇ ਜਿਹੜਾ ਆ ਇਹ ਫੈਸਲਾ ਟੈਡ ਕਰੂਜ਼ ਹੋਣਾ ਦੇ ਹੱਕ ਦੇ ਵਿੱਚ ਸੁਣਾਇਆ। 2002 ਦੇ ਵਿੱਚ ਇੱਕ ਬਾਈਪਾਰਟੀਜ਼ਨ ਕੈਂਪੇਨ ਰਿਫਾਰਮ ਐਕਟ ਪਾਸ ਕੀਤਾ ਗਿਆ ਸੀ। ਜਿਸ ਦੇ ਤਹਿਤ ਜਿਹੜੇ ਪਰਸਨਲ ਲੋਨਸ ਆ ਉਸ ਨੂੰ ਰੀਪੇ ਕਰਨ ਦੇ ਲਈ ਜਿਹੜੇ ਕੈਂਪੇਨ ਫੰਡਸ ਆ ਉਸ ਦੀ ਵਰਤੋਂ ਦੇ ਉੱਤੇ $2.5 ਲੱਖ ਦਾ ਕੈਪ ਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਟੈਡ ਕਰੂਜ਼ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਇਹ ਕਿਹਾ ਵੀ ਜਿਹੜੀ ਇਹ ਜਿਹੜਾ ਰੀਫਾਰਮ ਐਕਟ ਸੀਗਾ, ਇਹ ਪੋਲੀਟੀਕਲ ਕੈਂਡੀਡੇਟ ਦੀ ਫ੍ਰੀ ਐਕਸਪ੍ਰੈਸ਼ਨ ਦੀ ਵਾਇਲੇਸ਼ਨ ਜਿਹੜੀ ਉਹ ਆਉਂਦੀ ਆ, ਜੋ ਕਿ ਫਸਟ ਅਮੈਂਡਮੈਂਟ ਦੀ ਕਿਤੇ ਨਾ ਕਿਤੇ ਵਾਇਲੇਸ਼ਨ ਬਣਦੀ ਆ। ਕਰੂਜ਼ ਹੁਣਾਂ ਦਾ ਮਾਮਲਾ ਇਸ ਲਈ ਅਦਾਲਤ ਤੱਕ ਪਹੁੰਚਿਆ ਸੀਗਾ 2018 ਦੀ ਇਲੈਕਸ਼ਨ ਤੋਂ ਬਾਅਦ ਚ ਟੈਡ ਕਰੂਜ਼ ਹੁਣਾਂ ਨੇ $2,60,000 ਜਿਹੜਾ ਕਿ ਉਸ ਕੈਪ ਤੋਂ ਜਿਹੜਾ ਉੱਤੇ ਸੀਗਾ, ਉਸ ਨੂੰ ਜਿਹੜਾ ਲੋਨ ਉਹਨੇ ਖੁਦ ਕਹਿੰਦੇ ਆ ਵੀ ਉਹ ਦਿੱਤਾ ਸੀਗਾ ਤੇ ਉਹ ਬਾਅਦ ਦੇ ਵਿੱਚ ਵਾਪਸ ਲਿਆ ਸੀ। ਸੋ ਜੇ ਕੋਈ ਕੈਂਡੀਡੇਟ ਜਿੱਤਦਾ ਆ, ਹਾਰਦਾ ਆ, ਤਾਂ ਉਹਦੇ ਵਿੱਚ ਜਿਹੜੇ ਕੈਂਪੇਨ ਦੀ ਫੰਡ ਰੇਜ਼ਿੰਗ ਕੀਤੀ ਜਾਂਦੀ ਆ ਜਾਂ ਕੈਂਪੇਨ ਨੇ ਜਿੰਨੇ ਵੀ ਡਾਲਰਸ ਉਹਨਾਂ ਦੇ ਕੋਲ ਇਕੱਠੇ ਆ ਜਾਂ ਬਚੇ ਆ, ਉਹ ਜਿਹੜੇ ਕੈਂਡੀਡੇਟਸ ਤੇ ਪਰਸਨਲ ਲੋਨਸ ਨੂੰ ਰੀਪੇ ਕਰਨ ਦੇ ਲਈ ਵਰਤੇ ਜਾ ਸਕਦੇ ਆ। ਪਰ ਇਸ ਐਕਟ ਦੇ ਤਹਿਤ $2.5 ਲੱਖ ਦੇ ਉੱਤੇ ਕੈਪ ਸੀਗਾ। ਸੋ ਹੁਣ ਜਿਹੜੇ ਆ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਨੇ ਇਹ ਇੱਕ ਫਲੱਡ ਵਾਟਰਸ ਖੋਲ ਦਿੱਤੇ ਆ। ਪਰਸਨਲ ਲੋਨਸ ਦੀ ਲਿਮਿਟ ਇਸ ਐਕਟ ਦੇ ਨਾਲ ਜਿਹੜੀ ਬਣੀ ਸੀ, ਪਰ ਅੱਜ ਦੇ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਟੁੱਟ ਜਾਊਗੀ। ਸੋ ਬਹੁਤ ਸਾਰੇ ਖਾਸ ਕਰਕੇ ਜਿਹੜੇ ਕੈਂਪੇਨਿੰਗ ਫੰਡਸ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਜਿਹੜੀ ਗੱਲ ਕਰਦੇ ਆ ਲੋਕ, ਉਹਨਾਂ ਨੇ ਇਸ ਫੈਸਲੇ ਦਾ ਬੁਰਾ ਜਿਹੜਾ ਉਹ ਮਨਾਇਆ ਹੈ। ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਤੁਸੀਂ ਕਹਿ ਸਕਦੇ ਆ ਵੀ ਇਹ ਸੈਲਫ ਐਵੀਡੈਂਟ ਤੇ ਅਕਿਊਟ ਰਿਸਕ ਆਫ ਕਰਪਸ਼ਨ ਇਸ ਦੇ ਨਾਲ ਹੋਰ ਵੱਧ ਜਾਂਦਾ ਹੈਗਾ ਆ। ਫੈਡਰਲ ਇਲੈਕਸ਼ਨ ਕਮਿਸ਼ਨ ਕਹਿੰਦੀ ਆ ਵੀ ਇਹ ਜਿਹੜਾ ਲਾ ਇਸੇ ਕੰਮ ਨੂੰ ਹੀ ਬਣਾਇਆ ਸੀਗਾ ਵੀ ਜਿਹੜਾ ਕੁਇਡ ਪ੍ਰੋ ਕੋ ਕਰਪਸ਼ਨ ਆ ਉਸ ਨੂੰ ਹਟਾਇਆ ਜਾ ਸਕੇ। ਪਰ ਅੱਜ ਸੁਪਰੀਮ ਕੋਰਟ ਨੇ ਟੈਡ ਕਰੂਜ਼ ਦੇ ਹੱਕ ਦੇ ਵਿੱਚ ਕੈਂਪੇਨ ਫਾਈਨੈਂਸ ਦੇ ਮਾਮਲੇ 'ਚ ਫੈਸਲਾ ਸੁਣਾਇਆ ਆ। ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਲਗੂਨਾ ਨਿਗਲ ਕੈਲੀਫੋਰਨੀਆ ਤੋਂ ਆ ਰਹੀ ਆ। ਪਿਛਲੇ ਕੁਝ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਅਪਡੇਟ ਸਾਂਝੀ ਕਰਦੇ ਆ ਰਹੇ ਸੀ ਵੀ ਇੱਕ ਬਹੁਤ ਹੀ ਭਿਆਨਕ ਅੱਗ ਲੱਗੀ ਸੀ, ਜਿਹਦੇ ਨਾਲ 20 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ, ਜਿਨ੍ਹਾਂ ਦੀ ਕੀਮਤ 5 ਮਿਲੀਅਨ ਤੋਂ ਉੱਪਰ ਸੀ ਕੱਲੇ-ਕੱਲੇ ਘਰ ਦੀ। ਤੇ ਇੱਕ ਘਰ ਕਹਿੰਦੇ ਪਈ $10 ਮਿਲੀਅਨ ਦਾ ਆਲਰੇਡੀ ਲਿਸਟਡ ਸੀਗਾ 5 ਵਿਸਟਾ ਕੋਰਟ ਲਗੂਨਾ ਨਿਗਲ ਦੇ ਵਿੱਚ। ਇਸ ਨੂੰ ਕੋਸਟਲ ਐਸਟੇਟ ਕਰਕੇ ਜਾਣਿਆ ਜਾਂਦਾ ਹੈ ਤੇ 7 ਬੈਡਰੂਮ ਦਾ ਘਰ ਹਾਫ ਏਕੜ ਦੇ ਵਿੱਚ ਸੀ ਲਗੂਨਾ ਬੀਚ ਤੋਂ ਤੁਸੀਂ ਪੂਰਾ ਦੇਖਿਆ ਜਾ ਸਕਦਾ। 2 ਲੈਵਲ ਦੀ ਲਾਇਬ੍ਰੇਰੀ ਤੇ ਮੈਡੀਟੇਸ਼ਨ ਰੂਮ, ਜਿਮ, ਪਾਇਲਟ ਸਟੂਡੀਓਜ਼, ਬਹੁਤ ਕੁਛ ਉਹਦੇ ਵਿੱਚ ਇਨਵੋਲਵ ਸੀ। ਕਿਚਨ ਰੀਸੈਂਟਲੀ ਉਹਨਾਂ ਨੇ ਰੀਮੋਡਲ ਕੀਤੀ ਸੀ। ਲਿਸਟਿੰਗ ਪ੍ਰਾਈਸ 9.898 ਮਿਲੀਅਨ ਸੀ। ਸੋ 10 ਮਿਲੀਅਨ ਆਪਾਂ ਕਹਿ ਸਕਦੇ ਹਾਂ ਤੇ ਆਲਰੇਡੀ ਘਰ ਸੋਲਡ ਹੋ ਗਿਆ ਸੀ। ਐਸਕਰੋ 'ਚ ਸਾਈਨ ਹੋਣੇ ਸੀ, ਫਾਈਨਲ ਸਾਈਨ ਹੋਣੇ ਰਹਿੰਦੇ ਸੀ। ਉਸ ਤੋਂ ਇੱਕ ਦਿਨ ਪਹਿਲਾਂ ਉਸ ਘਰ ਨੂੰ ਅੱਗ ਲੱਗ ਗਈ। ਸੋ ਇਸ ਘਰ ਦੀ ਜਿਹੜੀ ਮਾਲਕ ਬੀਬੀ ਆ ਉਹ ਕੈਨੇਡਾ 'ਚ ਰਹਿੰਦੀ ਆ। ਕੁਛ ਸਮਾਂ ਇੱਥੇ ਰਹਿੰਦੀ ਸੀ ਤੇ ਕੁਛ ਸਮਾਂ ਕੈਨੇਡਾ ਦੇ ਵਿੱਚ। ਤੇ ਕਹਿੰਦੀ ਵੀ ਉਸਨੇ ਆਪਣਾ ਘਰ ਸੜਦੇ ਹੋਏ ਜਿਹੜਾ ਆ ਆਪਣੇ ਕੈਮਰਿਆਂ ਦੇ ਰਾਹੀਂ ਦੇਖਿਆ। ਪਰ ਏਦਾਂ ਦੇ ਘਰ ਨੂੰ ਰਿਪਲੇਸ ਕਰਨਾ ਉੱਥੇ ਦੇ ਰੀਅਲਟਰ ਦੇ ਮੁਤਾਬਕ ਕਹਿੰਦੇ ਪਈ ਬਹੁਤ ਔਖਾ ਹੈਗਾ। ਬਹੁਤ ਹੀ ਵਧੀਆ ਇਹ ਘਰ ਸੀ। ਸੋ ਤੁਸੀਂ ਦੇਖੋ ਵੀ ਜਿਹਦੇ ਕੋਲ ਘਰ ਸੀ ਉਹਦਾ ਘਰ ਲੂਜ਼ ਹੋ ਗਿਆ। ਜਿਹਨੇ ਲੈਣਾ ਸੀ ਉਹ ਇੱਕੋ ਹੀ ਉਹਦਾ ਜਿਹੜਾ ਹਜੇ ਸਾਈਨ ਹੋਣ ਵਾਲੇ ਰਹਿੰਦੇ ਸੀ ਤੇ ਉਹਦੇ ਨਾਂ ਤੇ ਟ੍ਰਾਂਸਫਰ ਹੋਣਾ ਸੀ। ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਖਬਰ ਆ ਰਹੀ ਹੈ ਨਾਰਥ ਕੋਰੀਆ ਤੋਂ। ਪੂਰੀ ਦੁਨੀਆ ਜਦੋਂ ਕੋਵਿਡ ਦੇ ਵਿੱਚੋਂ ਲੰਘ ਰਹੀ ਸੀ, ਲੈਫਟ ਐਂਡ ਰਾਈਟ ਆਪਾਂ ਨੂੰ ਖਬਰਾਂ ਜਿਹੜੀਆਂ ਉਹ ਮਿਲ ਰਹੀਆਂ ਸੀਗੀਆਂ ਵੀ ਇੱਥੇ ਆਹ ਹੋ ਗਿਆ, ਇੱਥੇ ਇੰਨਾ ਨੁਕਸਾਨ, ਇੱਥੇ ਇੱਦਾਂ, ਇੱਥੇ ਉੱਦਾਂ। ਨਾਰਥ ਕੋਰੀਆ ਦੇ ਵਿੱਚੋਂ ਕੋਈ ਵੀ ਭਣਕ ਨਹੀਂ ਨਿਕਲੀ ਜਿਹੜੀ ਕੋਵਿਡ ਦੀ। ਹੁਣ ਨਾਰਥ ਕੋਰੀਆ ਦੇ ਵਿੱਚ ਅਚਾਨਕ ਕੋਵਿਡ ਬੰਬ ਕਹਿੰਦੇ ਆ ਵੀ ਉਹ ਫਟਿਆ ਆ। ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਨਾਰਥ ਕੋਰੀਆ ਦੇ ਵਿੱਚ ਪੀੜਿਤ ਹੋ ਰਹੇ ਨੇ। ਸੋ ਇਹ ਕਹਿੰਦੇ ਵੀ 8 ਨਵੀਆਂ ਮੌਤਾਂ ਜਿਹੜੀਆਂ ਆ ਹੁਣ ਉਹਨਾਂ ਨੇ ਐਲਾਨੀਆਂ ਹੈਗੀਆਂ ਆ। ਸੋ ਐਂਟੀ ਵਾਇਰਸ ਹੈੱਡਕੁਆਰਟਰਸ ਨੇ ਜਿਹੜਾ ਉਹ ਦੱਸਿਆ ਵੀ ਹੁਣ ਤੱਕ 1.2 ਮਿਲੀਅਨ 12 ਲੱਖ ਲੋਕ ਜਿਹੜੇ ਆ ਉੱਥੇ ਬਿਮਾਰ ਹੋ ਚੁੱਕੇ ਆ। ਅਪ੍ਰੈਲ ਤੋਂ ਲੈ ਕੇ ਹੁਣ ਤੱਕ
5.5 ਲੱਖ ਤੋਂ ਵੱਧ ਲੋਕ ਉਹਨਾਂ ਨੇ ਕੁਆਰੰਟੀਨ ਦੇ ਵਿੱਚ ਰੱਖੇ ਹੈਗੇ ਆ। ਸੋ ਸਟੇਟ ਮੀਡੀਆ ਹੁਣ ਕਿੰਨਾ ਕੁ ਅਸਲੀਅਤ ਦੱਸ ਰਿਹਾ ਆ ਜਾਂ ਕੀ ਇਹ ਕਰ ਰਿਹਾ ਆ, ਇਸ ਦੇ ਬਾਰੇ ਅਜੇ ਕੁਛ ਵੀ ਪਤਾ ਨਹੀਂ ਹੈਗਾ। ਸੋ ਹੁਣ ਉੱਥੇ ਟੀਕੇ ਲੱਗਣਗੇ, ਨਹੀਂ ਲੱਗਣੇ, ਕੀ ਜਿਹੜੀ ਸਥਿਤੀ ਆ ਉਹ ਬੜੀ ਜਿਹੜੀ ਕਹਿ ਲਓ ਵੀ ਧੁੰਦ ਦੇ ਵਿੱਚ ਆ, ਧੁੰਦਲੀ ਆ ਸਥਿਤੀ ਵੀ ਕੀ ਉੱਥੇ ਬਣੂਗਾ। 26 ਮਿਲੀਅਨ ਦੀ ਪਾਪੂਲੇਸ਼ਨ ਨਾਰਥ ਕੋਰੀਆ ਦੇ ਵਿੱਚ ਰਹਿੰਦੀ ਹੈਗੀ ਆ। ਸੋ ਕਹਿੰਦੇ ਵੀ ਮੋਸਟਲੀ ਅਨਵੈਕਸੀਨੇਟਡ ਦੱਸੇ ਜਾ ਰਹੇ ਆ। ਉੱਥੋਂ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜਾ ਕੋਵੈਕਸ ਦੇ ਡਿਸਟ੍ਰੀਬਿਊਸ਼ਨ ਪ੍ਰੋਗਰਾਮ ਨੂੰ ਨਾ ਕਰ ਦਿੱਤੀ ਸੀ ਜਦੋਂ ਵੈਕਸੀਨਸ ਵੰਡੇ ਜਾ ਰਹੇ ਸੀਗੇ ਵੀ ਸਾਨੂੰ ਜਿਹੜੀ ਆ ਉਹ ਨਹੀਂ ਚਾਹੀਦੀ, ਕਿਉਂਕਿ ਜਿਹੜੇ ਇਹਨਾਂ ਡਿਸਟ੍ਰੀਬਿਊਸ਼ਨ ਪ੍ਰੋਗਰਾਮਸ ਦੇ ਤਹਿਤ ਇੰਟਰਨੈਸ਼ਨਲ ਮੋਨੀਟਰਿੰਗ ਰਿਕੁਆਇਰਮੈਂਟਸ ਰੱਖੀਆਂ ਜਾਂਦੀਆਂ ਆ ਤੇ ਨਾਰਥ ਕੋਰੀਆ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਚਾਹੁੰਦਾ। ਸੋ ਹੁਣ ਉੱਥੇ ਲੋਕਾਂ ਦੀ ਸਥਿਤੀ ਜਿਹੜੀ ਉਹ ਕਾਫੀ ਜ਼ਿਆਦਾ ਮਾੜੀ ਬਣ ਚੁੱਕੀ ਆ। ਕਈ ਲੋਕ ਇਹ ਕਹਿ ਰਹੇ ਆ ਵੀ ਉੱਥੇ ਇਸ ਟਾਈਮ ਭੁੱਖਮਰੀ ਤੇ ਹੋਰ ਜਿਹੜੀਆਂ ਸਹੂਲਤਾਂ ਦੀ ਘਾਟ ਨੂੰ ਲੁਕਾਉਣ ਦੇ ਲਈ ਇਹ ਕੋਵਿਡ ਦਾ ਰੌਲਾ ਜਿਹੜਾ ਨਾਰਥ ਕੋਰੀਆ ਵਾਲੇ ਹੁਣ ਜਿਹੜਾ ਉਹ ਪਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਕਿਮ ਯੋਂਗ ਉਨ ਜਿਸ ਨੇ ਇਸ ਸਾਲ ਦੇ ਵਿੱਚ 14 ਮਿਜ਼ਾਈਲਾਂ ਦੇ ਟੈਸਟ ਤਾਂ ਜਿਹੜੇ ਜ਼ਰੂਰ ਕੀਤੇ ਆ, ਪਰ ਹਾਲ ਦੀ ਘੜੀ ਜਿਹੜਾ ਕੋਵਿਡ ਦਾ ਰੌਲਾ ਪਿਆ ਆ ਉਸ ਨੂੰ ਕਾਬੂ ਪਾਉਣ ਦੇ ਵਿੱਚ ਉਹ ਨਾਕਾਮਯਾਬ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਬਹੁਤ ਸਾਰੀਆਂ ਟਰੱਕਿੰਗ ਕੰਪਨੀਆਂ ਨੇ ਬੈਂਕਰਪਸੀ ਫਾਈਲ ਕਰਨੀ ਸ਼ੁਰੂ ਕਰ ਦਿੱਤੀ ਆ। ਮਜ਼ੂਰੀ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਨੇ ਪਿਛਲੇ ਦਿਨਾਂ ਦੇ ਵਿੱਚ ਬੈਂਕਰਪਸੀ ਫਾਈਲ ਕਰਤੀ ਸੀ ਜਦੋਂ USPS ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਨੇ ਮੇਲ ਹੌਲਿੰਗ ਕੰਟਰੈਕਟ ਚੇਂਜ ਕਰ ਦਿੱਤੇ ਸੀ। ਪਹਿਲਾਂ ਕੰਟਰੈਕਟ ਬੇਸ ਦੇ ਉੱਤੇ ਸੀ, ਉਹਨਾਂ ਨੂੰ ਫਿਰ ਪੇ ਕਰਨਾ ਮਾਈਲੇਜ ਬੇਸ ਦੇ ਉੱਤੇ ਕਰ ਦਿੱਤਾ ਸੀ। ਅੱਜ ਖਬਰ ਆ ਰਹੀ ਆ ਕੈਲੀਫੋਰਨੀਆ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਮੈਥਸਨ ਜਿਹਦੇ ਕੋਲ 248 ਟਰੱਕ ਤੇ 383 ਡਰਾਈਵਰ ਸੀ, ਉਹਨਾਂ ਨੇ ਅੱਜ ਚੈਪਟਰ 11 ਫਾਈਲ ਕਰ ਦਿੱਤਾ ਆ। ਫੈਮਿਲੀ ਓਨਡ ਬਿਜ਼ਨਸ ਮੈਥਸਨ ਪੋਸਟਲ ਸਰਵਿਸਿਜ਼ ਇਨਕਾਰਪੋਰੇਸ਼ਨ ਸੈਕਰਾਮੈਂਟੋ ਦੇ ਉਹਨਾਂ ਨੇ ਇਹ ਕਿਹਾ ਆ ਵੀ ਸਾਡੀਆਂ ਜਿਹੜੀ ਐਸੈਟ ਤੇ ਲਾਇਬਿਲਿਟੀਜ਼ ਆ ਬਿਟਵੀਨ 10 ਮਿਲੀਅਨ ਤੋਂ ਲੈ ਕੇ 50 ਮਿਲੀਅਨ ਦੇ ਵਿੱਚ ਹੈਗੀਆਂ। 60 ਸਾਲ ਪੁਰਾਣੀ ਇਹ ਟਰੱਕਿੰਗ ਕੰਪਨੀ ਸੀ। ਰੋਬਰਟ ਤੇ ਕੈਰਲ ਮੈਥਸਨ ਵੱਲੋਂ 1962 ਦੇ ਵਿੱਚ ਸ਼ੁਰੂ ਕੀਤੀ ਗਈ ਸੀ। FMCSA ਦੇ ਮੁਤਾਬਕ ਇਸ ਟਰੱਕਿੰਗ ਕੰਪਨੀ ਦੇ ਕੋਲ 248 ਦੇ ਕਰੀਬ ਪਾਵਰ ਯੂਨਿਟਸ ਤੇ 383 ਡਰਾਈਵਰ ਸੀਗੇ। ਨਵੰਬਰ ਮਹੀਨੇ ਦੇ ਵਿੱਚ ਮੈਥਸਨ ਉਹਨਾਂ ਨੇ ਇੱਕ ਅਪੀਲ ਫਾਈਲ ਕੀਤੀ ਸੀ ਪੋਸਟਲ ਸਰਵਿਸ ਬੋਰਡ ਆਫ ਕੰਟਰੈਕਟ ਅਪੀਲ ਦੇ ਕੋਲ ਵੀ ਜਿਹੜਾ ਤੁਸੀਂ ਕੰਟਰੈਕਟ ਚੇਂਜ ਕਰਨ ਜਾ ਰਹੇ ਆ ਕੰਟਰੈਕਟ ਬੇਸ ਤੋਂ ਮਾਈਲੇਜ ਬੇਸ, ਉਹਦੇ ਵਿੱਚ ਸਾਨੂੰ ਕੁਝ ਬਚਣਾ ਨਹੀਂ ਹੈ, ਕਿਉਂਕਿ ਉਸ ਟਾਈਮ ਤੇ ਹਜੇ ਇੰਨੀਆਂ ਗੈਸ ਪ੍ਰਾਈਸਸ ਨਹੀਂ ਚੜੀਆਂ ਸੀਆਂ ਪਰ ਚੜ੍ਹਨੀਆਂ ਸ਼ੁਰੂ ਹੋ ਗਈਆਂ ਸੀਗੀਆਂ। ਸੋ ਅਲਟੀਮੇਟਲੀ ਪੋਸਟਲ ਸਰਵਿਸ ਨੇ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ ਮਾਈਲੇਜ ਬੇਸ ਹੀ ਪੇ ਕਰਾਂਗੇ ਤੇ ਹੁਣ ਉਹ ਕਹਿੰਦੇ ਵੀ ਸਾਡੇ ਲਈ ਸਰਵਾਈਵ ਕਰਨਾ ਬਹੁਤ ਔਖਾ ਆ, ਇਸ ਕਰਕੇ ਉਹ ਇਸ ਟਰੱਕਿੰਗ ਕੰਪਨੀ ਨੂੰ ਬੰਦ ਕਰਨ ਇਹਦੀ ਜਿਹੜੀ ਬੈਂਕਰਪਸੀ ਫਾਈਲ ਕਰਤੀ ਆ। ਹੁਣ ਇਹ ਤੋਂ ਬਾਅਦ ਦੇਖੋ ਵੀ ਉਹ ਟਰੱਕ ਡਰਾਈਵਰ ਦੀ ਛੁੱਟੀ ਕਰਦੇ ਆ ਜਾਂ ਆਪਣਾ ਬਿਜ਼ਨਸ ਬੰਦ ਕਰਦੇ ਆ। ਅਗਲੀ ਜਿਹੜੀ ਖਬਰ ਉਸ ਤੋਂ ਬਾਅਦ ਵੱਧਦੇ ਜਾਈਏ, ਨੇਵੀ ਦੇ ਜਿਹੜੇ ਸੈਕਟਰੀ ਹੈਗੇ ਨੇ ਉਹ ਕਾਰਲੋਸ ਡੈਲ ਟੋਰੋ, ਉਹ USS ਜਾਰਜ ਵਾਸ਼ਿੰਗਟਨ ਜਿਹੜੀ ਨਿਊਕਲੀਅਰ ਪਾਵਰਡ ਸਬ 에ਅਰਕ੍ਰਾਫਟ ਕੈਰੀਅਰ ਆ ਉਸ ਦਾ ਦੌਰਾ ਕਰਨਗੇ। ਬੀਤੇ ਦਿਨਾਂ ਦੇ ਵਿੱਚ, ਹਫ਼ਤਿਆਂ ਦੇ ਵਿੱਚ ਉੱਥੋਂ ਜਿਹੜੇ ਸੁਸਾਈਡਸ ਆ ਉਹ ਬਹੁਤ ਹੋ ਰਹੇ ਸੀ। ਮੌਤਾਂ ਜਿਹੜੀਆਂ ਨੇਵੀ ਕਰੂ ਦੇ ਵਿੱਚ ਉਹ ਵਧੀਆਂ ਸੀਗੀਆਂ। ਕਰੂ ਮੈਂਬਰਸ ਨੂੰ ਕਹਿੰਦੇ ਆ ਵੀ ਹੁਣ ਇਹ ਆਦੇਸ਼ ਦਿੱਤੇ ਗਏ ਆ ਵੀ ਭਾਈ ਇਸ ਵਾਰਸ਼ਿਪ ਨੂੰ ਥੋੜਾ ਸਾਫ਼ ਸੁਥਰਾ ਬਣਾਓ ਤਾਂ ਜੋ ਨੇਵੀ ਸਕੱਤਰ ਜਿਹੜੇ ਪਹੁੰਚਣੇ ਆ ਉਹਨਾਂ ਨੂੰ ਉਹ ਦਿਖਾਉਣ ਲਾਇਕ ਬਣ ਸਕੇ। ਬੀਤੇ ਦਿਨਾਂ 'ਚ ਰਿਪੋਰਟਸ ਇਹ ਸਾਹਮਣੇ ਸੀਗੀਆਂ ਵੀ ਜਿਹੜੇ ਸੇਲਰਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਇੱਥੇ ਕੰਮ ਕਰਦੇ ਹੋਏ ਰਹਿੰਦਾ ਆ ਤੇ ਅੰਤ ਦੇ ਵਿੱਚ ਉਹ ਆਪਣੀ ਜਾਨ ਖੁਦ ਲੈ ਰਹੇ ਨੇ। ਸੋ ਇਹ ਇੱਕ ਬਹੁਤ ਚਿੰਤਾਜਨਕ ਸਥਿਤੀ ਬਣੀ ਆ। 5 ਸੇਲਰਸ ਹੁਣ ਤੱਕ USS ਜਾਰਜ ਵਾਸ਼ਿੰਗਟਨ ਵਾਰਸ਼ਿਪ ਦੇ ਉੱਤੇ ਸੁਸਾਈਡ ਦੇ ਕਰਕੇ ਜਿਹੜੇ ਉਹ ਮਰ ਚੁੱਕੇ ਆ। ਸੋ ਕਹਿੰਦੇ ਵੀ ਇਹ 1 ਸਾਲ ਦੇ ਵਿੱਚ 5 ਮਰੇ ਆ ਤੇ 3 ਜਿਹੜੇ ਆ ਉਹ ਪਿਛਲੇ ਮਹੀਨੇ ਦੇ ਵਿੱਚ ਜਿਹੜੇ ਉਹਨਾਂ ਨੇ ਸੁਸਾਈਡ ਕਰ ਲਈ ਆ। ਸੋ ਕਹਿੰਦੇ ਵੀ ਨਿਊਪੋਰਟ ਨਿਊਜ਼ ਸ਼ਿਪ ਯਾਰਡ ਵਰਜੀਨੀਆ ਦੇ ਵਿੱਚ 2017 ਤੋਂ ਇਹ ਜੰਗੀ ਬੇੜਾ ਖੜਾ ਆ। ਇੱਥੇ ਕਾਫੀ ਵੱਡੀਆਂ ਜਿਹੜੀਆਂ ਇਸ ਦੀਆਂ ਰਿਪੇਅਰਸ ਆ ਉਹ ਉਦੋਂ ਤੋਂ ਚੱਲ ਰਹੀਆਂ ਨੇ। ਸੋ
ਬਹੁਤ ਸਾਰੇ ਜਿਹੜੇ ਮੌਜੂਦਾ ਤੇ ਸਾਬਕਾ ਜਾਰਜ ਵਾਸ਼ਿੰਗਟਨ ਵਾਰਸ਼ਿਪ ਦੇ ਜਿਹੜੇ ਸੇਲਰਸ ਆ, ਉਹਨਾਂ ਨੇ ਕਈ ਨਿਊਜ਼ ਰਿਪੋਰਟਸ ਦੇ ਵਿੱਚ ਇਹ ਜ਼ਿਕਰ ਕੀਤਾ ਆ ਵੀ ਸੰਘਰਸ਼ ਜਿਹੜਾ ਆ ਉਹ ਸਿੱਧਾ ਕਲਚਰ ਦੇ ਨਾਲ ਜੁੜ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਕਹਿੰਦੇ ਵੀ ਰੀਸੋਰਸਿਸ ਜਿੰਨੀਆਂ ਉਹਨਾਂ ਨੂੰ ਚਾਹੀਦੇ ਆ ਉਨੀ ਮਦਦ ਜਿਹੜੀ ਉਹਨਾਂ ਨੂੰ ਨਹੀਂ ਮਿਲ ਰਹੀ, ਤੇ ਕਈ ਥਾਵਾਂ ਦੇ ਉੱਤੇ ਅਨਇਨਹੈਬਿਟੇਬਲ, ਨਾ ਰਹਿਣ ਲਾਇਕ ਜਿਹੜੀ ਸਥਿਤੀ ਆ ਸ਼ਿਪ ਦੇ ਵਿੱਚ ਜਿਹੜੀ ਉਹ ਬਣੀ ਪਈ ਹੈਗੀ ਆ। ਕੰਸਟਰਕਸ਼ਨ ਨੋਇਸਿਸ, ਸਲੀਪਿੰਗ ਕਹਿੰਦੇ ਆ ਇੰਪੋਸੀਬਲ ਬਣਾ ਰਹੇ ਆ। ਪਾਣੀ ਤੇ ਬਿਜਲੀ ਦੀ ਘਾਟ ਦੇ ਕਰਕੇ ਲੋਕ ਸੁਸਾਈਡ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ। ਜਾਰਜ ਵਾਸ਼ਿੰਗਟਨ ਦੇ ਇਸ ਕਰੂ ਦੇ ਵਿੱਚ 95% ਜੂਨੀਅਰ ਸੇਲਰਸ ਉਹ ਹੈਗੇ ਨੇ। ਸੋ ਉਹ ਉਹਨਾਂ ਨੂੰ ਅਜੇ ਕਹਿ ਸਕਦੇ ਆ ਵੀ ਬਹੁਤਾ ਜ਼ਿਆਦਾ ਐਕਸਪੀਰੀਅੰਸ ਵੀ ਨਹੀਂ ਆ। ਸ਼ੁਰੂਆਤ ਉਹਨਾਂ ਦੀ ਕਰੀਅਰ ਦੀ ਕਿਤੇ ਨਾ ਕਿਤੇ ਇੱਥੋਂ ਜਿਹੜੀ ਉਹ ਹੋਣੀ ਆ। ਮਾਰਚ 2023 ਤੱਕ ਇਸ USS ਜਾਰਜ ਵਾਸ਼ਿੰਗਟਨ ਵਾਰਸ਼ਿਪ ਦੀ ਰਿਪੇਅਰ ਦਾ ਕੰਮ ਚੱਲਣਾ ਆ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ ਜੀ ਤੁਹਾਡੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਸਟਾਕ ਮਾਰਕੀਟ ਹਜੇ ਡਾਊਨ ਹੈਗੀ ਆ। ਡਾਓ ਜੋਨ ਇੰਡਸਟਰੀਅਲ ਲਗਭਗ 24 ਪੁਆਇੰਟ ਡਾਊਨ ਆ। S&P ਇੰਡੈਕਸ 19 ਪੁਆਇੰਟ ਦੇ ਕਰੀਬ ਤੇ ਨੈਸਡੈਕ 142 ਪੁਆਇੰਟ ਦੇ ਕਰੀਬ। ਤੇ CNN ਇਹ ਪ੍ਰੋਜੈਕਟ ਕਰ ਰਿਹਾ ਵੀ ਜਿਹੜੀ ਸਟਾਕ ਮਾਰਕੀਟ ਆ ਇਹ ਹੋਰ ਕਾਫੀ ਡਾਊਨ ਜਾ ਸਕਦੀ ਹੈਗੀ ਆ। ਕਹਿੰਦੇ 2022 ਦੇ ਵਿੱਚ ਨਾਸਡੈਕ ਆਲਰੇਡੀ 25% ਡਾਊਨ ਆ ਤੇ ਬੀਅਰ ਮਾਰਕੀਟ ਦੇ ਵਿੱਚ ਆਲਰੇਡੀ ਪਹੁੰਚਿਆ ਹੋਇਆ ਹੈਗਾ। ਜੀ ਇੱਥੇ ਜੀ ਹੁਣ ਸਾਡਾ ਸਮਾਪਤੀ ਵਾਲਾ ਤੇ ਇੱਕ ਵਾਰੀ ਜਾਂਦੇ ਦੱਸ ਜਾਈਏ, ਕੱਲ ਫ੍ਰਿਜ਼ਨੋ ਦੇ ਵਿੱਚ ਗਦਰੀ ਬਾਬਿਆਂ ਦੇ ਯਾਦ ਦੇ ਵਿੱਚ ਮੇਲਾ ਕਰਵਾਇਆ ਗਿਆ ਸੀ ਉੱਥੇ ਆਰਗੇਨਾਈਜੇਸ਼ਨ ਵੱਲੋਂ। ਸੋ ਉਹ ਆਪਾਂ ਪੰਜਾਬੀ ਰੇਡੀਓ US ਦੀ ਟੀਮ ਨੇ ਕਵਰ ਕੀਤਾ। ਜਿਹੜੇ ਸਾਡੇ ਸਰੋਤੇ ਮਿਸ ਕਰ ਗਏ ਉਹ ਤੁਸੀਂ ਫੇਸਬੁੱਕ ਦੇ ਉੱਤੇ ਤੇ YouTube ਤੇ ਜਾ ਕੇ ਦੇਖ ਸਕਦੇ ਹੋ ਜੀ। ਤੇ ਹੁਣ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ US।